ਸ਼੍ਰੀ ਅਕਾਲ ਲੋਕ ਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਡਾਕਟਰ ਪਿਆਰਲਾਲ ਗਰਗ ਸਾਹਿਬ। ਗਰਗ ਸਾਹਿਬ ਵੈਲਕਮ। शुक्रिया जी, बहुत बहुत भंग साहब। ਗਰਗ ਸਾਹਿਬ, ਜੋ ਕਮੇਟੀ ਕੇਂਦਰ ਵੱਲੋਂ ਸੁਜੈਸਟ ਕੀਤੀ ਗਈ ਹੈ, ਜੋ ਨਾਮ ਸੁਝਾਏ ਗਏ ਨੇ, ਦੂਜੇ ਪਾਸੇ ਕਿਸਾਨ ਆਗੂ ਸਹਿਮਤ ਨਹੀਂ ਜਾਪਦੇ ਹੈਗੇ ਇਸ ਕਮੇਟੀ ਦੇ ਨਾਲ। ਆਖਰ ਬੀਜੇਪੀ ਸਰਕਾਰ ਇੱਕ ਵਾਰ ਫਿਰ ਐਮਐਸਪੀ ਦੇ ਮਾਮਲੇ ਦੇ ਉੱਤੇ ਇੱਕ ਤਰਫਾ ਤੁਰ ਰਹੀ ਹੈ। ਤੁਹਾਡੇ ਕੀ ਵਿਚਾਰ ਨੇ ਇਸ ਕਮੇਟੀ ਉੱਤੇ? देखो भंगू साहब, पहली गल तो बीजेपी ने कमेटी बनाने च देर ही बहुत ज़्यादा लाई है। वो ਜਿਹੜਾ एक किस्म का वायदा करिया सी, वो वायदा तो पूरा नहीं होया। दूजी गल जी कमेटी बनी, वो एक पासड़ बनाई है। हुण एक पासड़ किवें है, जे आपां देखीए ਉਹਦੇ 'ਚ एक तो ਜਿਹੜੇ खेती सैकटरी सीगे मिस्टर अग्रवाल वो ने, एक नीति आयोग ਦੇ रमेश चंद्र ने, एक ਉਹਦੇ ਵਿੱਚ ਜਿਹੜਾ ਹੈਗਾ अपना ਉਹ ਕ੍ਰਿਸ਼ਕ समाज ਦਾ है चौधरी साहब ने, दूजे चौधरी जिहड़े वो इन्हां दे आपदे बीजेपी दे जिहड़ा हैगा भारती किसान संघ BKS ਉਹਦਾ ते एक जिहड़ा हैगा बंदा अपना जिहड़े अपने ਇਹ ਹੈਗੇ ਨੇ मान साहब, जिन्हां दे ਪਹਿਲਾਂ कमेटी सुप्रीम कोर्ट ने भी बनाई सी ਜਿਹੜੀ, ਉਹ मान ਦੀ ਜਥੇਬੰਦੀ ਹੈ ਜਿਹੜੀ, ਤੇ ਉਹਦਾ ਹਰਿਆਣੇ ਦਾ ਪ੍ਰਧਾਨ ਹੈ। ਤੇ ਇੱਕ ਜਿਹੜਾ ਗੁੱਦੂ ਸੈयद ਪਾਇਆ ਹੈ, ਉਹ ਜਿਹੜਾ ਹੈਗਾ ਉਹ ਇਹਨਾਂ ਦਾ MLC ਰਿਹਾ BJP ਦਾ ਹੀ। ਤੇ ਲਾਸਟ ਜਿਹੜਾ ਬੰਦਾ ਆਪਾਂ ਜੇ ਕਹੀਏ ਜਿਹੜਾ ਪਾਇਆ, ਉਹ ਸ਼ੇਤਕਾਰੀ ਸੰਗਠਨ ਦਾ ਬੰਦਾ ਹੈ। ਤੇ ਸ਼ੇਤਕਾਰੀ ਸੰਗਠਨ ਦਾ WTO ਦਾ ਹਮਾਇਤੀ ਹੈ। ਉਹ ਤਾਂ ਸਾਰਾ ਕੁਝ ਕਹਿੰਦਾ ਵੇਚ ਦਿਓ, ਇਹਨਾਂ ਨੂੰ ਦੇ ਦਿਓ ਸਰਮਾਏਦਾਰਾਂ ਨੂੰ। ਸੋ ਇਸ ਕਰਕੇ ਜੇ ਆਪਾਂ ਦੇਖੀਏ ਤੇ 7 ਬੰਦਿਆਂ ਦੇ ਵਿੱਚ 7 ਬੰਦੇ ਪ੍ਰੈਕਟੀਕਲੀ BJP ਦੇ, ਪ੍ਰੈਕਟੀਕਲੀ ਕਾਨੂੰਨਾਂ ਨੂੰ ਸਪੋਰਟ ਕਰਨ ਵਾਲੇ, ਕਾਨੂੰਨਾਂ ਦੇ ਹੱਕ 'ਚ ਹਰ ਵਾਰ ਬੋਲਣ ਵਾਲੇ, ਡਟ ਕੇ ਗੱਲ ਕਰਨ ਵਾਲੇ ਨੇ। ਹੁਣ ਉਹਦੇ 'ਚ 3 ਕਿਸਾਨ ਲੀਡਰ ਚੜੇ ਵੀ ਜਾਂਦੇ ਨੇ, ਤੇ ਉਹਨਾਂ ਦੀ ਕਿਆ ਬੁੱਕ ਤੇ ਉਹ ਤੋੜ ਕੇ ਕਹਿਣਗੇ ਹਾਂ ਦੇਖੋ ਜੀ ਤੁਸੀਂ ਵਿੱਚ ਸੀਗੇ। ਜਦ ਇੰਨੇ ਕਿਸਾਨ ਲੀਡਰ ਜਾਂਦੇ ਸੀਗੇ, ਤੋਮਰ ਸਾਹਿਬ ਦੇ ਨਾਲ ਤੇ ਪਿਊਸ਼ ਗੋਇਲ ਜੀ ਨਾਲ ਗੱਲ ਹੁੰਦੀ ਸੀ, ਉਦੋਂ ਤਾਂ ਉਹਨਾਂ ਨੇ ਉਹਨਾਂ ਨੂੰ ਗਿਣਿਆ ਨਹੀਂ। ਐਡਾ ਵੱਡਾ ਧਰਨਾ ਵੀ ਲੱਗਿਆ ਹੋਇਆ ਸੀ, ਕਿਸਾਨ ਲੀਡਰਾਂ ਦੀ ਤਾਕਤ ਵੀ ਇੰਨੀ ਵੱਡੀ ਸੀ। ਜੇ ਉਦੋਂ ਨਹੀਂ ਉਹਨਾਂ ਨੇ ਸੁਣਿਆ, ਹੁਣ ਕਾਹਦਾ ਸੁਣਨਗੇ? ਉਦੋਂ ਤਾਂ ਬਿੱਲੀ ਵਾਪਸ ਲੈਣੇ ਸੀ, ਹੁਣ ਤਾਂ ਪੈਸਾ ਵੀ ਦੇਣਾ ਨਾਲ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਨਹੀਂ ਵੀ ਇਸ ਕਮੇਟੀ ਜਾਣ ਦਾ ਕੋਈ ਵੀ ਕਿਸੇ ਵੀ ਤਰੀਕੇ ਨਾਲ ਇਹਦਾ ਕੋਈ ਬਣਦਾ ਹੈ ਤੁੱਕ ਜਾਂ ਤੌਰ ਤਰੀਕਾ। ਤੇ ਕਿਸਾਨਾਂ ਨੂੰ ਤਾਂ ਹੁਣ ਆਪਣਾ ਹੱਕ ਲੈਣ ਵਾਸਤੇ, ਜਿਵੇਂ ਕਹਿੰਦੇ ਮਾਂ ਵੀ ਰੋਜ਼ ਤੋਂ ਯੁੱਧ ਹੁੰਦੀ ਆ, ਆਪਣਾ ਹੱਕ ਲੈਣ ਵਾਸਤੇ ਕੁਛ ਨਾ ਕੁਛ ਹੋਰ ਤਰੀਕਾ ਅਡਾਪਟ ਆਪਦਾ ਕਰਨਾ ਹੀ ਪਏਗਾ, ਜਿਹੜਾ ਵੀ ਕਰਨਾ। ਪਿੱਛੇ ਜੇ 22 ਜਥੇਬੰਦੀਆਂ ਨੇ ਕਿਹਾ ਸੀ ਵੀ ਅਸੀਂ ਇਕੱਠੇ ਹੋ ਰਹੇ ਹਾਂ, ਕਦੇ 4 ਕਹਿੰਦੇ ਨੇ, ਕਦੇ ਇਹ ਗੱਲ ਆ ਜਾਂਦੀ ਹੈ ਸਾਹਮਣੇ ਵੀ ਉਹ 3000 ਕਰੋੜ ਦਾ ਐਂ ਹੋ ਗਿਆ ਜੀ, ਫਲਾਣਾ ਹੋ ਗਿਆ ਜੀ, ਸੌਦੇਬਾਜ਼ੀ ਹੋ ਗਈ ਸੀ ਜੀ, ਆਹ ਹੋ ਗਈ ਸੀ। ਜੋ ਮਰਜ਼ੀ ਹੋਈਆਂ ਸੌਦੇਬਾਜ਼ੀਆਂ, ਜੋ ਮਰਜ਼ੀ ਹੋਇਆ, ਕਿਸਾਨ ਅੰਦੋਲਨ ਆਖਰਕਾਰ ਜਿੱਤ ਕੇ ਆਇਆ ਸੀ। ਉਹ ਇਹੀ ਸੀ ਕਿ ਉਹਦੀ ਇੱਕ ਤਾਕਤ ਸੀ। ਜਿਹੜੀਆਂ ਜਿੰਨੀਆਂ ਚਾਲਾਂ, ਉਹ ਜਿਹੜੇ 3000 ਦਾ ਸੌਦਾ ਵੀ ਹੋਇਆ ਸੀ, ਉਹ ਵੀ ਤਾਂ ਚਾਲਾਂ ਨਾਲ ਹੀ ਕਰਾਇਆ ਗਿਆ ਸੀ ਨਾ। ਉਹਦਾ ਹੋ ਗਿਆ ਸਾਰਾ ਪਰਦਾਫਾਸ਼ ਹੁੰਦਾ ਰਿਹਾ। ਸੋ ਮੈਨੂੰ ਐਂ ਲੱਗਦਾ ਵੀ ਹੁਣ ਵੀ ਜਿਹੜੀ ਕਿਸਾਨ ਜਥੇਬੰਦੀਆਂ ਨੇ, ਪੰਜਾਬ ਦੀਆਂ ਜਥੇਬੰਦੀਆਂ ਬੋਲ ਰਹੀਆਂ ਨੇ, ਇਹਨਾਂ ਨੇ UP ਦੀ ਜਥੇਬੰਦੀ ਨੂੰ ਵੀ ਸਮਝੋ ਟਕੈ ਸਾਹਿਬ ਵਾਲੀ ਨੂੰ ਤੋੜਨ ਦੀ ਕੋਸ਼ਿਸ਼ ਕਰੀ, ਆਪਦੇ ਬੰਦੇ ਬਣਾਉਣ ਦੀ ਕੋਸ਼ਿਸ਼ ਕਰੀ ਹੈ। ਤੇ ਇਹੋ ਜਿਹੀ ਗੱਲ ਜਿਵੇਂ ਇਹ ਕਮੇਟੀ ਆ, ਇੱਦਾਂ ਹੀ ਸੁਪਰੀਮ ਕੋਰਟ ਵਾਲੀ ਕਮੇਟੀ ਵੀ ਇਹੋ ਜਿਹੀ ਸੀ। ਉਹ ਸੁਪਰੀਮ ਕੋਰਟ ਦੀ ਕਮੇਟੀ 'ਚ ਆਪਾਂ ਨੂੰ ਰਿਪੋਰਟ ਪਤਾ ਲੱਗ ਹੀ ਗਿਆ। ਉਹ 'ਚ ਭਾਵੇਂ ਜਿਹੜੇ ਸੀਗੇ ਇਹ ਮਾਨ ਸਾਹਿਬ, ਭੁਪਿੰਦਰ ਸਿੰਘ ਮਾਨ, ਭੁਪਿੰਦਰ ਮਾਨ ਨੇ ਤਾਂ ਛੱਡਤੀ ਸੀ ਉਹ, ਪਰ ਬਾਕੀ ਤਾਂ ਉਹਦੇ 'ਚ ਮੈਂਬਰ ਉਹੀ ਰਹੇ ਜਿਹੜੇ ਕਿ ਪਹਿਲਾਂ ਹੀ ਸਮਰਥਕ ਸੀਗੇ, ਨੋਨ ਸੀਗੇ। ਕਿਉਂਕਿ ਜਦ ਬੰਦਾ ਇਸ ਗੱਲ ਤੋਂ ਵੀ ਆ ਜਾਏ, ਸਾਡੇ ਇੱਕ ਨਾ ਮਰਿਆਦਾ ਕਹਿੰਦੇ ਆ, ਨੈਤਿਕਤਾ ਕਹਿੰਦੇ ਆ, ਉਹਦੇ ਵਿੱਚ ਇਹ ਹੈ ਵੀ ਜਿਹੜਾ ਬੰਦਾ ਪਹਿਲਾਂ ਹੀ ਇੱਕ ਪਾਸੇ ਦੀ ਗੱਲ ਕਰਦਾ ਹੋਵੇ, ਉਹ ਸਾਲਸ ਨਹੀਂ ਬਣ ਸਕਦਾ। ਸਾਲਸ ਤਾਂ ਸਿਰਫ ਉਹੀ ਬਣ ਸਕਦਾ ਜਿਹੜਾ ਦੋਹਾਂ ਧਿਰਾਂ ਨੂੰ ਮਨਜ਼ੂਰ ਹੋਵੇ। ਹੁਣ ਇਹ ਸਾਲਸਾਤੀ ਵੀ ਸੁਪਰੀਮ ਕੋਰਟ ਨੇ ਕਹਿਤਾ, ਇਹਨਾਂ ਨੇ ਨਾਮ ਦੇਤੇ, ਸਰਕਾਰ ਨੇ ਆਪਦੇ ਬੰਦੇ ਬਣਾ ਲਏ। ਜਦ ਕਿਸਾਨਾਂ ਨੇ ਕਿਹਾ ਵੀ ਇਹ ਤਾਂ ਬੰਦੇ ਉਹੀ ਨੇ, ਤੇ ਉਹ ਉਹਨਾਂ ਨੇ ਆਪਦਾ ਕਹਿੰਦੇ ਨਹੀਂ ਅਸੀਂ ਤਾਂ ਕਰਾਂਗੇ ਇਨਕੁਆਇਰੀ। ਇਹਦਾ ਮਤਲਬ ਸਿੱਧਾ ਹੀ ਇਹ ਹੈ ਨਾ ਵੀ ਆਪਾਂ ਤਾਂ ਜੀ ਕਬਜ਼ਾ ਕਰਨਾ, ਜਿਵੇਂ ਮਰਜ਼ੀ ਹੋ ਜੇ। ਇਹ ਕਮੇਟੀ ਵੀ ਉਸ ਤਰ੍ਹਾਂ ਦੇ ਕਬਜ਼ੇ ਦੀ ਹੋਈ ਕਮੇਟੀ ਹੈ, ਤੇ ਉਹਦੇ ਵਿੱਚ ਕਿਸਾਨਾਂ ਨੂੰ ਸੀਰੀਅਸਲੀ ਗੰਭੀਰਤਾ ਨਾਲ ਸੋਚਣਾ ਪੈਣਾ ਹੈ ਕਿ ਹੁਣ ਅਸੀਂ ਕਿਸ ਪਾਸੇ ਨੂੰ ਜਾਈਏ। ਕਿਉਂਕਿ ਜਿਹੜਾ ਸੰਸਾਰ ਵਪਾਰ ਜਥੇਬੰਦੀ ਹੈ, ਉਹਦੇ ਤਾਂ ਸਿੱਧੇ ਡਿਕਟੇਟ ਨੇ ਵੀ ਤੁਸੀਂ MSP ਵੀ ਖਤਮ ਕਰੋ, ਤੁਸੀਂ ਸਬਸਿਡੀਆਂ ਵੀ ਖਤਮ ਕਰੋ, ਚਾਹੇ ਉਹ ਬੀਜਾਂ 'ਤੇ ਨੇ, ਚਾਹੇ ਕੀਟਨਾਸ਼ਕਾਂ 'ਤੇ ਨੇ। ਤੁਸੀਂ ਜਿਹੜਾ ਵਪਾਰ ਹੈ, ਜਿਹੜੀ ਤੁਸੀਂ MSP ਵੀ ਖਤਮ ਕਰੋ, ਤੁਸੀਂ ਖਰੀਦਣਾ ਵੀ ਬੰਦ ਕਰੋ ਸਰਕਾਰੀ ਤੌਰ 'ਤੇ। ਤੁਸੀਂ ਸਿਰਫ ਜਿਹੜਾ ਹੈ ਖੁੱਲ੍ਹਾ ਬਾਜ਼ਾਰ ਦੇ ਦਿਓ, ਜਿਹੜਾ ਮਰਜ਼ੀ ਜੋ ਮਰਜ਼ੀ ਖਰੀਦੇ। ਤੇ ਇਸ ਤੋਂ ਅੱਗੇ ਉਹਨਾਂ ਨੇ ਇਹ ਵੀ ਕਹਿਤਾ ਵੀ ਕੁਛ ਚੀਜ਼ਾਂ ਤੁਸੀਂ ਇੰਪੋਰਟ ਵੀ ਕਰੋ, ਬਾਹਰੋਂ ਮੰਗਾਓ। ਕਣਕ ਭਾਵੇਂ ਤੁਹਾਡੇ ਕੋਲ ਹੋਵੇ ਵੀ ਇੰਨੀ ਕੁ, ਤੁਸੀਂ ਬਾਹਰੋਂ ਵੀ ਮੰਗਾਓ,
ਬਾਜ਼ਾਰ 'ਚੋਂ, ਦੂਜੀ ਮੰਡੀ 'ਚੋਂ, ਵਿਦੇਸ਼ੀ ਮੰਡੀਆਂ 'ਚੋਂ। ਸੋ WTO ਤਾਂ ਇਸ ਪਾਸੇ ਨੂੰ ਤੁਰੀ ਹੋਈ ਹੈ, ਸਰਮਾਏਦਾਰੀ ਸਿਸਟਮ ਨੂੰ ਤਕੜਾ ਕਰਨ ਵਾਸਤੇ ਹੀ WTO ਬਣੀ ਹੈ। ਉਹਨਾਂ ਦਾ ਇੱਕ ਸੰਘ ਹੈ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਉਹ ਟ੍ਰੇਡਰਾਂ ਦਾ ਸੰਘ ਹੈ। ਜਿਹੜਾ ਵਪਾਰੀਆਂ ਦਾ ਸੰਘ ਹੈ, ਉਹ ਕਿਸਾਨਾਂ ਦੀ ਗੱਲ ਕਿਵੇਂ ਕਰੂਗਾ, ਉਹ ਮਜ਼ਦੂਰਾਂ ਦੀ ਗੱਲ ਕਿਵੇਂ ਕਰੂਗਾ, ਉਹ ਤਾਂ ਸੰਘ ਹੀ ਵਪਾਰੀਆਂ ਦਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਸੋ ਇਸ ਕਰਕੇ ਜਿਹੜਾ ਵਪਾਰ ਦੀ ਸੰਸਥਾ ਹੈ, ਉਹਨੇ ਖੇਤੀ ਨੂੰ ਜਾਂ ਕਿਸਾਨ ਨੂੰ ਜਾਂ ਮਜ਼ਦੂਰ ਨੂੰ, ਖੇਤ ਮਜ਼ਦੂਰ ਦਾ ਧਿਆਨ ਨਹੀਂ ਰੱਖਣਾ। ਉਹਨੇ ਤਾਂ ਆਪਦੇ ਕੋਲੇ ਕਿੰਨਾ ਇਹ ਜ਼ਮੀਨ ਇਕੱਠੀ ਕਰ ਲੈਂਦੀ ਹੈ, ਕਿੰਨਾ ਕੱਚਾ ਮਾਲ ਇਕੱਠਾ ਕਰ ਲੈਂਦੀ ਹੈ, ਕਿੰਨਾ ਉਹਨੂੰ ਫਿਰ ਪੱਕਾ ਬਣਾਉਂਦੀ ਹੈ, ਕਿੰਨਾ ਉਹ ਆਪਦਾ ਵੱਡੇ ਵੱਡੇ ਮਾਲ ਦੇ ਰਾਹੀਂ, ਬਣਾਉਟੀ ਬੁੱਧੀ ਦੇ ਰਾਹੀਂ ਉਹ ਉਸ ਨੂੰ ਵੇਚਦੀ ਹੈ, ਤਾਂ ਕਿ ਆਮ ਬੰਦਾ ਜਿਹੜਾ ਉਹਦੇ ਵਿੱਚੋਂ ਖਦੇੜ ਦਿੱਤਾ ਜਾਵੇ। ਸੋ ਉਸੇ ਪਾਸੇ ਨੂੰ ਤੁਰੇ ਹੋਏ ਨੇ ਵੀ ਘਰ ਵੀ ਤੁਹਾਡੇ ਕੋਲ ਨਾ ਰਹਿਣ, ਦੁਕਾਨਾਂ ਵੀ ਤੁਹਾਡੇ ਕੋਲ ਨਾ ਰਹਿਣ, ਰੇਹੜੀ ਰਿਕਸ਼ੇ ਵੀ ਤੁਹਾਡੇ ਕੋਲ ਨਾ ਰਹਿਣ, ਛੋਟੀ ਮੋਟੀ ਗੱਡੀ ਆਟੋ ਵਗੈਰਾ ਵੀ ਤੁਹਾਡੇ ਕੋਲ ਨਾ ਰਹਿਣ, ਅਤੇ ਆਟੇ ਦੀ ਚੱਕੀ ਨਾ ਰਹੇ, ਰੂੰ ਪਿੰਜਣੀ ਨਾ ਰਹੇ, ਕੋਈ ਬੇਲਣੀ ਨਾ ਰਹੇ, ਕੋਈ ਕੋਢੂ ਨਾ ਰਹੇ, ਅਤੇ ਤੁਹਾਡੇ ਕੋਲ ਕੋਈ ਸੰਦ ਸੰਦੇੜਾ ਨਾ ਰਹੇ ਖੇਤੀ ਵਾਸਤੇ। ਉਹ ਇਸ ਪਾਸੇ ਨੂੰ ਤੁਰੇ ਹੋਏ ਨੇ। ਕਿਸੇ ਨੇ ਛੋਟਾ ਮੋਟਾ ਆਰਾ ਲਾਇਆ ਉਹ ਵੀ ਖਤਮ ਹੋ ਜਾਏ, ਕਿਸੇ ਨੇ ਵਰਕਸ਼ਾਪ ਬਣਾਈ ਹੋਈ ਉਹ ਵੀ ਖਤਮ ਹੋ ਜਾਏ। ਸੋ ਜਿਸ ਪਾਸੇ ਉਹ ਤੁਰੇ ਹੋਈ ਆ WTO, ਉਹ ਤਾਂ ਸਿੱਧਾ ਪੂਰਾ ਸਭ ਕੁਝ ਸਰਮਾਏਦਾਰ ਦੇ ਹੱਥ 'ਚ, ਕਾਰਪੋਰੇਟ ਦੇ ਹੱਥ 'ਚ ਇਕੱਠਾ ਕਰਨ ਵਾਸਤੇ ਤੁਰੀ ਹੋਈ ਹੈ। ਉਹਦੇ ਹੱਕ 'ਚ ਸਰਕਾਰ ਖੜੀ ਹੈ, ਡਟ ਕੇ ਖੜੀ ਹੈ। ਭਾਰਤ ਸਰਕਾਰ ਤਾਂ, ਜੇ ਬਾਕੀ ਸਰਕਾਰਾਂ ਸ਼ਾਇਦ ਕਿਤੇ ਨਾ ਕਿਤੇ ਸਟੈਂਡ ਵੀ ਲੈਂਦੀਆਂ ਹੋਣ, ਭਾਰਤ ਸਰਕਾਰ ਦਾ ਡਟ ਕੇ ਉਹਨਾਂ ਨੂੰ ਵੀ ਕਰੋ ਜੋ ਮਰਜ਼ੀ, ਕਿਉਂਕਿ ਭਾਰਤ ਸਰਕਾਰ ਅੱਜ ਉਹ ਹੈ ਜਿਹੜੀ ਸਰਕਾਰ ਕਹਿੰਦੀ ਆ ਵੀ ਅਸੀਂ ਤਾਂ ਸੱਭਿਆਚਾਰਕ ਰਾਸ਼ਟਰਵਾਦ ਲਿਆਉਣਾ ਹੈ, ਕਲਚਰਲ ਨੈਸ਼ਨਲਿਜ਼ਮ। ਉਹ ਜਿਹੜਾ ਹੈਗਾ, ਜਦ ਕਲਚਰਲ ਨੈਸ਼ਨਲਿਜ਼ਮ ਦੀ ਗੱਲ ਕਰਦੇ ਨੇ, ਸੰਸਕ੍ਰਿਤਕ ਜਿਹੜਾ ਰਾਸ਼ਟਰਵਾਦ ਲਿਆਉਣਾ ਹੈ, ਉਹਨਾਂ ਭਾਵੇਂ ਕੋਈ ਭੁੱਖਾ ਮਰੇ। ਸੰਸਕ੍ਰਿਤਕ ਤਾਂ ਰਾਸ਼ਟਰਵਾਦ ਇਹੀ ਹੈ ਨਾ ਵੀ हम हिंदू हैं, हम तिलक लगाते हैं, हम पाठ करते हैं, हमारे ग्रंथ बड़े अच्छे हैं, हमने ये भी किया था दुनिया में, वो भी किया था, हैं हमने तो पूरी विज्ञान को आगे ले गए थे। मतलब ਉਹ ਤਾਂ ਇਸ ਗੱਲ ਦੇ ਉੱਤੇ ਤੁਰਨ ਵਾਲੇ ਨੇ। ਸੋ ਜਦ ਤੁਸੀਂ ਸੰਸਕ੍ਰਿਤਕ ਰਾਸ਼ਟਰਵਾਦ ਦੀ ਗੱਲ ਕਰੋਗੇ ਤਾਂ ਤੁਹਾਡੇ 'ਚ ਲੋਕਾਂ ਨੂੰ ਸਿਵਾਏ ਧਰਮ ਦੇ ਪਿੱਛੇ ਲਾ ਕੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਦੂਜੀ ਧਰਮ ਪ੍ਰਤੀ ਨਫ਼ਰਤ ਪੈਦਾ ਕਰਨ ਦੇ, ਨਾ ਉਹਨਾਂ ਵਾਸਤੇ ਕੋਈ ਰੁਜ਼ਗਾਰ ਹੋਵੇਗਾ, ਸਮੇਤ ਉਹਨਾਂ ਦੇ ਆਪਦੇ ਧਰਮ ਦੇ। ਹਿੰਦੂਆਂ ਨੂੰ ਕੀ ਰੁਜ਼ਗਾਰ ਮਿਲ ਜਾਣਾ? ਆ ਜਿਹੜੇ ਕਰੋਨਾ 'ਚ ਮਰੇ ਸੀ, ਹਿੰਦੂ ਹੀ ਮਰੇ ਸੀ ਇੰਨੇ। ਸੋ ਉਹ ਜਿਹੜਾ ਰੁਜ਼ਗਾਰ ਖੋਇਆ ਜਾਣਾ, ਕਿੰਨਾ ਵਪਾਰੀ ਹੈ ਜਿਹੜਾ ਹਿੰਦੂ ਹੀ ਹੈ ਜ਼ਿਆਦਾ। ਸੋ ਜਦ ਵਪਾਰ ਬੰਦ ਹੋਏਗਾ, ਜਦ ਖੇਤੀ ਕਰਨ ਵਾਲੇ ਵੀ ਤਾਂ ਕਿੰਨੇ ਹਿੰਦੂ ਹੀ ਨੇ, ਸਿੱਖ ਕਿਸਾਨ ਤਾਂ ਥੋੜ੍ਹੀ ਨੇ, ਮੁਸਲਮਾਨ ਵੀ ਥੋੜ੍ਹੀ ਨੇ। ਸੋ ਇਸ ਕਰਕੇ ਉਹ ਜਿਹੜਾ ਹੈਗਾ ਵੀ ਉਹ ਬੰਬਾਂ ਮਨਾਂ ਦੇ ਵਿੱਚ ਬੰਬ ਫਿੱਟ ਕਰਕੇ ਆਖਰਕਾਰ ਤਾਂ ਸਾਰਿਆਂ ਨੂੰ ਭੁੱਖੇ ਮਾਰਨ ਦੀ ਗੱਲ ਹੈ। ਔਰ ਦੁਨੀਆ 'ਚ ਕਿਤੇ ਮੈਂ ਦੇਖ ਰਿਹਾ ਸੀ, ਦੁਨੀਆ ਦੇ ਵਿੱਚ ਇਹ ਜਿਹੜਾ ਕਾਰਪੋਰੇਟ ਸਰਮਾਏਦਾਰ ਜਿਹੜਾ ਹੈ, ਉਹਦਾ ਅੰਦਾਜ਼ਾ ਇਹ ਹੈ ਕਿ 750 ਕਰੋੜ ਦੀ ਆਬਾਦੀ ਹੈ, ਉਹ 'ਚੋਂ 500 ਕਰੋੜ ਦੀ ਆਬਾਦੀ ਖਤਮ ਹੋ ਜੇ, 250 ਕਰੋੜ ਦੀ ਰਹਿ ਜੇ, ਉਹਦੇ ਨਾਲ ਅਸੀਂ ਆਪਦੀ ਐਸ਼ ਪ੍ਰਸਤੀ ਕਰੀਏ, ਜੋ ਚਾਹੀਏ ਅਸੀਂ ਕਰੀਏ। ਸੋ ਉਹ ਜਿਹੜੀਆਂ ਚਾਲਾਂ ਨੇ ਇਸ ਸੰਸਾਰ ਦੇ ਵਿੱਚੋਂ, ਜਿਵੇਂ ਹੁੰਦਾ ਨਾ ਵੀ ਆਪਾਂ ਜੇ ਛੋਟੇ ਲੈਵਲ 'ਤੇ, ਬਹੁਤ ਛੋਟੇ ਲੈਵਲ 'ਤੇ ਦੇਖਦੇ ਹਾਂ, ਕਈ ਵਾਰ ਬੰਦਾ ਨਾ ਦੂਜੇ ਬੰਦੇ ਨੂੰ ਮਾਰ ਦਿੰਦਾ ਵੀ ਇਹਦੀ ਜ਼ਮੀਨ 'ਤੇ ਮੇਰਾ ਕਬਜ਼ਾ ਹੋ ਜੂ। ਸੱਚੀ ਮੁੱਚੀ ਦੁਨੀਆ ਬਿਲਕੁਲ ਉਸੇ ਮੱਧ ਯੁੱਗੀ ਯੁੱਗ 'ਚ ਚੱਲ ਰਹੀ ਹੈ। ਉਹਦੇ ਵਿੱਚ ਇਹ ਆ ਵੀ 500 ਬੰਦਾ ਖਤਮ ਹੋ ਜੇ, ਚਾਹੇ ਬਿਮਾਰੀਆਂ ਨਾਲ ਹੋ ਜੇ, ਚਾਹੇ ਭੁਚਾਲਾਂ ਨਾਲ ਹੋ ਜੇ, ਚਾਹੇ ਜਿਵੇਂ ਮਰਜ਼ੀ ਹੋ ਜੇ, ਚਾਹੇ ਭੁੱਖਾ ਮਰਜ਼ੀ ਨਾਲ ਹੋ ਜੇ। 250 ਰਹਿ ਜੇ, 250 ਅਸੀਂ ਆਪਦਾ ਐਸ਼ ਕਰੀਏ, ਜੋ ਮਰਜ਼ੀ ਕਰੀ ਜਾਈਏ, ਖੁੱਡ ਖੇਡ ਹੋ ਜੇ ਸਾਡੀ। ਇਸ ਪਾਸੇ ਦੁਨੀਆ ਤੁਰ ਰਹੀ ਹੈ। ਔਰ WTO ਇਹੋ ਜਿਹਾ ਹੀ ਮਾਡਲ ਦੇ ਰਹੀ ਹੈ, ਜਿਹਦੇ ਵਿੱਚ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਜੀ ਵਿਦੇਸ਼ਾਂ ਨੂੰ ਜਾ ਰਹੇ ਨੇ, ਜਦ ਇੱਥੇ ਰੁਜ਼ਗਾਰ ਨਹੀਂ ਹੋਏਗਾ ਤਾਂ ਵਿਦੇਸ਼ਾਂ ਨੂੰ ਰੁਜ਼ਗਾਰ ਉੱਥੇ ਵੀ ਨਹੀਂ ਮਿਲਣਾ। ਪਰ ਇੱਕ ਵੱਡਾ ਇਹਦੇ ਵਿੱਚੋਂ ਜਿਹੜੀ ਇਹ ਕਮੇਟੀ ਬਣੀ ਹੈ, ਇਹ ਕਮੇਟੀ ਦਾ ਵਿਰੋਧ ਕਰਨਾ ਜਿਹੜਾ ਉਹ ਤਾਂ ਕਿਸਾਨਾਂ ਨੇ ਕਰਨਾ ਹੀ ਕਰਨਾ, ਉਹ ਤਾਂ ਸ਼ੁਰੂ ਕਰਤਾ ਉਹਨਾਂ ਨੇ ਵੀ ਅਸੀਂ ਨਹੀਂ, ਜੇ ਸਾਨੂੰ ਇਹ ਮਨਜ਼ੂਰ ਨਹੀਂ ਹੈ। ਅਤੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਕਿਸੇ ਸੂਬਾ ਸਰਕਾਰਾਂ ਦੀ ਵੈਸੇ ਤਾਂ ਪੁੱਛੀ ਨਹੀਂ ਹੋਣੀ, ਪਰ ਜੇ ਕੋਈ ਸੂਬਾ ਸਰਕਾਰ ਨੂੰ ਪੁੱਛਣ ਵੀ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਡਟ ਕੇ ਕਹਿਣਾ ਚਾਹੀਦਾ ਵੀ ਨਹੀਂ, ਇਹ ਨਹੀਂ ਠੀਕ, ਤੁਸੀਂ ਇਹਨੂੰ ਨਿਆਂ ਸੰਗਤ ਬਣਾਓ। ਇਹ ਕਮੇਟੀ ਨਿਆਂ ਸੰਗਤ ਹੀ ਨਹੀਂ ਹੈ ਅਸਲ 'ਚ। ਤੁਸੀਂ ਆਪਦੇ ਹੀ ਬੰਦੇ ਬਿਠਾ ਕੇ ਅਤੇ ਉਹਨੂੰ ਕਹੋ ਵੀ ਇਹ ਨਿਆਂ ਹੈ, ਮੈਨੂੰ ਲੱਗਦਾ ਉਹ ਨਿਆਂ ਨਹੀਂ ਹੈ। ਉਹ ਅਲਗੂ ਸ਼ੇਖ ਅਤੇ ਜੁਮਨ ਸ਼ੇਖ ਅਤੇ ਅਲਗੂ ਚੌਧਰੀ ਵਾਲੀ ਕਹਾਣੀ ਮੁਨਸ਼ੀ ਪ੍ਰੇਮ ਚੰਦ ਦੀ ਸੀ, ਜਿਹੜੀ ਉਹ ਹੁਣ ਰਹੀ ਨਹੀਂ। ਵੀ ਜਦ ਤੁਸੀਂ ਇਨਸਾਫ ਦੀ ਕੁਰਸੀ 'ਤੇ ਬਹਿਨੇ ਹੋ, ਹਾਲਾਂਕਿ ਉਹ ਵੀ ਕਹਾਣੀ ਮੈਨੂੰ ਨਹੀਂ ਲੱਗਦਾ ਵੀ ਉਹ ਕਹਾਣੀ ਉਹਨਾਂ ਨੇ ਇੱਕ ਚੰਗੇ ਉਸ 'ਚ ਲਿਖੀ, ਪਰ ਜਿਹੜਾ ਨਿਆਂ ਦੀ ਕੁਰਸੀ 'ਤੇ ਬਹਿੰਦਾ ਉਹਦੇ ਬਾਰੇ ਨਿਆਂ ਕਿੰਨਾ ਥੱਲੇ ਚਲਾ ਗਿਆ, ਉਹ ਤਾਂ ਗੁਰੂ ਨਾਨਕ ਦੇਵ ਜੀ ਅੱਜ ਤੋਂ 550 ਸਾਲ ਪਹਿਲਾਂ ਦੱਸ ਗਏ ਸੀ। 550 ਸਾਲ ਪਹਿਲਾਂ ਉਹਨਾਂ ਨੇ ਕਿਹਾ, ਕਾਜੀ ਹੋ ਕੇ ਬਹਿ ਨਿਆਏ ਤੇ ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਸੋ ਜਿਹੜਾ ਇਨਸਾਫ ਕਰਨ ਬਹਿੰਦਾ ਹੈ,
ਉਹ ਕਹਿੰਦਾ ਵੀ ਰਿਸ਼ਵਤ ਲੈ ਕੇ ਵੱਡੀ, ਕੋਈ ਜ਼ਰੂਰੀ ਨਹੀਂ ਪੈਸੇ ਲਵੇ, ਕੋਈ ਕੰਮ ਕਰਾ ਲਿਆ, ਕੋਈ ਹੋਰ ਕਰ ਲਿਆ, ਕੋਈ ਅਹੁਦਾ ਲੈ ਲਿਆ, ਵੱਡੀ ਲੈ ਕੇ ਉਹਦੇ ਹੱਕ 'ਚ ਫੈਸਲਾ ਕਰ ਦਿੰਦਾ ਹੈ। ਜਿਹਦਾ ਹੱਕ ਹੁੰਦਾ ਹੈ ਉਹਨੂੰ ਖਤਮ ਕਰ ਦਿੰਦਾ ਹੈ। ਤੇ ਜੇ ਉਹ ਕੋਈ ਉਜਰ ਕਰਦਾ ਵੀ ਜਨਾਬ ਇਹ ਕੀ ਕਰਿਆ, ਹੁਣ ਕਿਤਾਬ ਪੜ੍ਹ ਕੇ ਸੁਣਾਉਣ ਲੱਗ ਜਾਂਦਾ ਵੀ ਆਹ ਦੇਖ ਲਓ ਇੱਥੇ ਤਾਂ ਆਹ ਲਿਖਿਆ ਹੋਇਆ। ਸੋ ਇਸ ਕਰਕੇ ਅੱਜ ਵੀ ਸਾਡੀ ਜੋ 500 ਸਾਲ ਪਹਿਲਾਂ ਬਾਬਾ ਨਾਨਕ ਕਹਿ ਗਏ ਸੀ ਵੀ ਆਹ ਹਾਲ ਹੋਏਗਾ ਹੈਗਾ, ਉਦੋਂ ਵੀ ਉਹੀ ਸੀ ਕਿ ਜਿਹੜਾ ਨਿਆਂ ਕਰਨ ਵਾਲਾ ਸੀ, ਨਿਆਂ ਦੇ ਉੱਤੇ ਵੀ ਉਮੀਦ ਖਤਮ ਹੋ ਗਈ ਸੀ ਲੋਕਾਂ ਨੂੰ। ਤੇ ਹੁਣ ਵੀ ਨਿਆਂ ਦੇ ਉੱਤੇ ਉਮੀਦ ਖਤਮ ਹੀ ਆ। ਆਪਾਂ ਨੂੰ ਪਤਾ ਹੀ ਆ ਡਿਸਟ੍ਰਿਕਟ ਕੋਰਟਾਂ ਦਾ ਤਾਂ ਹਾਲ ਆਪਾਂ ਨੂੰ ਪਤਾ ਹੀ ਆ, ਚੱਡੇ ਵਾਲੀਆਂ ਦਾ ਤਾਂ ਹਾਈ ਕੋਰਟ ਸੁਪਰੀਮ ਕੋਰਟ 'ਚ ਕੁਛ ਨਾ ਕੁਛ ਲੋਕਾਂ ਨੂੰ ਲੱਗਦਾ ਹੁੰਦਾ ਹੈ, ਖਾਸ ਕਰਕੇ ਜਦ ਦੋ ਬਰਾਬਰਦਿਆਂ ਦੀ ਟੱਕਰ ਹੋਵੇ। ਤੇ ਉੱਥੇ ਵੀ ਕਈ ਫੈਸਲੇ ਐਸੇ ਆ ਰਹੇ ਨੇ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਆਹ ਆਦੀਵਾਸੀਆਂ ਬਾਰੇ ਜੋ ਫੈਸਲਾ ਆਇਆ, ਉਹ ਲੀਡਰ ਬਾਰੇ, ਜਾਂ ਜੋ ਤੀਸਤਾ ਸੀਤਲਵੰਡ ਬਾਰੇ ਆਇਆ, ਉਸ ਤੋਂ ਸਾਨੂੰ ਪਤਾ ਲੱਗਦਾ। ਪਰ ਫਿਰ ਵੀ ਸੁਪਰੀਮ ਕੋਰਟ ਕੁਛ ਨਾ ਕੁਛ ਬੈਲੈਂਸਿੰਗ ਕਰਨ ਦੀ ਕੋਸ਼ਿਸ਼ ਕਰਦੀ ਹੈ। ਔਰ ਜੇ ਕਿਤੇ ਉਸੇ ਬੈਂਚ ਨੇ ਇਹ ਕਹਿਤਾ ਵੀ ਅਨੂਪ ਸ਼ਰਮਾ ਨੇ ਗਲਤੀ ਕਰੀ ਹੈ, ਤਾਂ ਫਿਰ ਅੜੀ ਅੜੀ ਕਰਕੇ ਪੈ ਗਏ। ਹੁਣ ਸੰਸਥਾਵਾਂ ਨੂੰ ਤੋੜਨ ਦਾ ਇਹ ਵੀ ਤਰੀਕਾ ਆ ਗਿਆ। ਸੋ ਜੇ ਅਗਲੇ ਸੁਪਰੀਮ ਕੋਰਟ ਦੀ ਆਬਜ਼ਰਵੇਸ਼ਨ ਨੂੰ, ਸੁਪਰੀਮ ਕੋਰਟ ਦੇ ਪ੍ਰੇਖਣ ਨੂੰ ਮੰਨਣ ਨੂੰ ਤਿਆਰ ਨਹੀਂ, ਉਹ ਕਿਸਾਨਾਂ ਦੀ ਆ ਕਮੇਟੀ ਚੀਜ਼ ਹੈ, ਬੰਦੀ ਇਹਨਾਂ ਦੇ ਆਪਦੇ ਬੈਠੇ ਨੇ, ਉਹ ਉੱਥੇ ਕਿੱਥੇ ਮੰਨ ਲੈਣੀ ਹੈ। ਸੋ ਇਹ ਆਪਾਂ ਨੂੰ ਸਪਸ਼ਟ ਹੋਣਾ ਚਾਹੀਦਾ ਵੀ ਇਹ ਕਮੇਟੀ ਕਮੂਟੀ ਦਾ ਕੋਈ ਮਤਲਬ ਨਹੀਂ ਹੈ। ਕਮੇਟੀ ਬੱਕਰੀ ਨੂੰ ਦੁੱਧ ਦਿੱਤਾ ਵਿੰਗਣਾ ਘੋਲ ਕੇ ਬਣਾਈ ਵੀ ਬੜੀ ਲੇਟ ਹੈ, ਬਣਾਈ ਵੀ ਆਪਦੇ ਮਨ ਮਰਜ਼ੀ ਦੇ ਬੰਦਿਆਂ ਦੀ ਹੈ। ਐਡੀਆਂ ਕਿਸਾਨ ਜਥੇਬੰਦੀਆਂ, ਐਡਾ ਸਟਰਗਲ, ਜਿਨ੍ਹਾਂ ਨੇ ਸਟਰਗਲ ਲੜਿਆ ਉਹਨਾਂ ਦੇ ਬੰਦੇ ਕਹਿੰਦੇ 3 ਪਾਵਾਂਗੇ ਤੁਹਾਡੇ ਨੁਮਾਇੰਦੇ, 7.5 ਹੋਣਗੇ। ਫਿਰ ਤਾਂ ਉਹ GST ਕੌਂਸਲ 'ਚ ਜੋ ਕੁਝ ਹੋਏ ਹੋਇਆ ਉਹੋ ਜਿਹਾ ਕੁਛ ਇੱਥੇ ਹੋਣਾ। ਤੇ ਉਹ ਆਪਾਂ ਦੇਖ ਹੀ ਲਿਆ ਵੀ GST ਕੌਂਸਲ 'ਚ ਬੁਲਾਏ ਤਾਂ ਸਾਰੇ ਵੀ ਹੈਗੇ ਜੀ, ਵਿੱਤ ਮੰਤਰੀ ਵਿੱਚ ਨੇ, ਫਲਾਣੇ ਵਿੱਚ ਨੇ, ਤੇ ਆਹ ਚੱਕ ਕੇ ਟੈਕਸ ਤੁਹਾਨੂੰ ਲਾ ਦਿੱਤਾ। ਔਰ ਜਿਹੜਾ ਕਹਿੰਦੇ ਨੇ ਅਸੀਂ ਕਿਸਾਨ ਸਨਮਾਨ ਨਿਧੀ ਦਿੰਦੇ ਹਾਂ 2000 ਰੁਪਇਆ ਹਰ 4 ਮਹੀਨਿਆਂ ਬਾਅਦ, ਉਹ ਜਾਣਾ ਬੈਂਕ 'ਚ ਹੈ, ਬੈਂਕ ਦੇ ਵਿੱਚੋਂ ਚੈੱਕ ਰਾਹੀਂ ਕਢਾਉਣਾ, ਚੈੱਕ ਬੁੱਕ ਦੇ ਉੱਤੇ ਪੈਸੇ ਲੱਗਣ ਲੱਗ ਗਏ, ਟੈਕਸ ਲਾਤਾ। ਸੋ ਇਸ ਕਰਕੇ ਆਪਾਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਰਕਾਰ ਨੇ ਜਿਹੜਾ 39.5 ਲੱਖ ਕਰੋੜ ਦਾ ਬਜਟ ਹੈ ਉਹ ਲੋਕਾਂ ਤੋਂ ਇਸ ਤਰ੍ਹਾਂ ਹੀ ਪੂਰਾ ਕਰਨਾ ਹੈ। 22-23 ਲੱਖ ਕਰੋੜ ਰੁਪਇਆ ਜਿਹੜਾ ਇਕੱਠਾ ਕਰਨਾ, ਬਾਕੀ ਕਰਜ਼ਾ ਲਈ ਜਾਣਾ, ਬਾਕੀ ਸਮਾਨ ਵੇਚੀ ਜਾਣਾ। ਜਿਹੜੀ ਜਾਇਦਾਦ ਹੈਗੀ ਉਹ ਵਿਕੀ ਗਈ ਆ ਕਾਫੀ, ਤਾਂ ਹੋਰ ਵਿਕ ਜੇਗੀ। ਉਹ ਆਮ ਅਸੀਂ ਪਿੰਡਾਂ 'ਚ ਸੁਣਦੇ ਹੁੰਦੇ ਵੀ ਜਦ ਪਹਿਲਾਂ ਟੂਮਾ ਗਹਿਣੇ ਧਰਦਾ ਬੰਦਾ, ਫਿਰ ਉਹ ਆਪਣੀ ਜ਼ਮੀਨ ਗਹਿਣੇ ਧਰਨੀ ਸ਼ੁਰੂ ਕਰ ਦਿੰਦਾ, ਅਤੇ ਉਸ ਤੋਂ ਬਾਅਦ ਫਿਰ ਉਹ ਟੂਮਾ ਵੇਚ ਦਿੰਦਾ। ਫਿਰ ਉਹ ਜ਼ਮੀਨ ਨੂੰ ਵੇਚਣਾ ਸ਼ੁਰੂ ਕਰਦਾ। ਜਿੱਦੇ ਪਹਿਲੇ ਕਿੱਲੇ ਦੀ ਉਹ ਰਜਿਸਟਰੀ ਕਰਾ ਕੇ ਆਉਂਦਾ ਸੀ, ਤਾਂ ਪਿੰਡ 'ਚ ਦਰਵਾਜ਼ੇ 'ਚ ਲੋਕ ਬੈਠੇ ਕਹਿੰਦੇ ਹੁੰਦੇ ਦਾ ਵੀ ਹੁਣ ਲੱਗ ਗਿਆ ਵਾਢਾ, ਹੁਣ ਇਹ ਖਤਮ ਹੋ ਜਾਣਾ। ਸੋ ਸਾਡੇ ਵੀ ਦੇਸ਼ ਨੂੰ ਵਾਢਾ ਲੱਗਿਆ ਹੋਇਆ ਹੈ, ਉਹਦੇ 'ਚ ਕਾਫੀ ਸਾਰੀਆਂ ਅਸੀਂ ਰਜਿਸਟਰੀਆਂ ਕਰਾ ਚੁੱਕੇ ਹਾਂ। BSNL ਅਸੀਂ ਖਤਮ ਕਰਤੀ, RBI ਅਸੀਂ ਆਲਮੋਸਟ ਜ਼ੀਰੋ ਕਰਤੀ, CVC CVI ਤੇ ਅਸੀਂ ਆਪਦਾ ਰੇਲਵੇ ਅਸੀਂ ਵੇਚਤੀ, ਬੰਦਰਗਾਹਾਂ ਅਸੀਂ ਵੇਚਤੀਆਂ, ਅੰਤਰਿਕਸ਼ ਅਸੀਂ ਵੇਚਦਾ, ਹਵਾਈ ਅੱਡੇ ਅਸੀਂ ਵੇਚਦੇ। ਸੋ ਮੈਨੂੰ ਲੱਗਦਾ ਹੈ ਵੀ ਅਸੀਂ ਵੇਚਣ ਦੀ ਤਿਆਰੀ 'ਚ ਸਕੂਲ, ਹੁਣ ਤਾਂ ਐਜੂਕੇਸ਼ਨ ਸਿੱਖਿਆ ਸੰਸਥਾਵਾਂ ਵੀ ਵੇਚ ਰਹੇ ਹਾਂ, ਯੂਨੀਵਰਸਿਟੀਆਂ ਵੀ ਵੇਚ ਰਹੇ ਹਾਂ। ਇਹ ਮੈਨੂੰ ਲੱਗਦਾ ਵੀ ਉਹ ਕਹਿੰਦੇ ਵੀ ਬੱਕਰੀ ਦੀ ਮਾਂ ਕਦ ਕਰ ਖੈਰ ਮਨਾਊਗੀ, ਤੋ ਇਹ ਖੈਰ ਮਨਾਉਣ ਵਾਲੀ ਗੱਲ ਰਹੀ ਨਹੀਂ। ਇਸੇ ਕਰਕੇ ਇਸ MSP 'ਚ ਵੀ ਇਸੇ ਕਰਕੇ ਉਹ ਸਟੈਂਡ ਲੈ ਰਹੇ ਨੇ ਕਿ ਤੁਸੀਂ ਜਿੱਧਰ ਜਾਣਾ ਜਾਓ, ਅੱਜ ਤਾਂ ਤੁਹਾਡੀਆਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਹੈ। ਹੁਣ ਇਹ ਲੜਾਈ ਹੈਗੀ ਹੈ ਦੋ ਧਿਰਾਂ ਦੀ, ਇੱਕ ਮਿਹਨਤਕਸ਼ਾਂ ਦੀ, ਇੱਕ ਪਾਸੇ ਭਾਈ ਲਾਲੋ ਨੇ, ਇੱਕ ਪਾਸੇ ਮਲਕ ਭਾਗੋ ਨੇ। ਲੋਕਾਂ ਨੂੰ ਲੱਗੂਗਾ ਵੀ ਇਹ ਅਮੀਰ ਕਿਸਾਨ ਆ ਜੀ, ਇਹ ਫਲਾਣਾ ਹੈ ਜੀ। ਇਹ ਸਾਰੇ ਜਿਹੜੇ ਹੈਗੇ ਨੇ ਅੰਬਾਨੀ, ਅਡਾਨੀ ਜਾਂ ਵੱਡੇ ਸਰਮਾਏਦਾਰ ਦੇ ਮੁਕਾਬਲੇ ਭਾਈ ਲਾਲੋ ਹੀ ਨੇ, ਤੇ ਵੱਡੇ ਸਰਮਾਏਦਾਰ ਜਿਹੜੇ ਨੇ ਉਹ ਮਲਕ ਭਾਗੋ ਹੀ ਨੇ। ਸੋ ਮਲਕ ਭਾਗੋਆਂ ਤੇ ਭਾਈ ਲਾਲੋਆਂ ਦੀ ਲੜਾਈ ਹੈ, ਤੇ ਉਹਦੇ ਵਿੱਚ ਜਿਹੜਾ ਹੁਕਮਰਾਨ ਹੈ ਉਹ ਮਲਕ ਭਾਗੋਆਂ ਦੇ ਨਾਲ ਹੈ। ਅੱਗੇ ਤਾਂ ਮਲਕ ਭਾਗੋ ਹੀ ਹੁਕਮਰਾਨ ਸੀ, ਹੁਣ ਬਸ ਇੰਨਾ ਹੀ ਫਰਕ ਆ ਵੀ ਜਿਹੜਾ ਹੁਕਮਰਾਨ ਕੋਈ ਹੋਰ ਹੈ, ਪਰ ਉਹ ਹੈ ਮਲਕ ਭਾਗੋ ਦੇ ਨਾਲ। ਤੇ ਭਾਈ ਲਾਲੋ ਨੂੰ ਤਾਂ ਲੜਨਾ ਪੈਣਾ ਦੋਹਾਂ ਨਾਲ ਹੀ। ਸੋ ਇਸ ਕਰਕੇ ਇਹ ਲੜਾਈ ਜਿਹੜੀ ਹੈ, ਇਹਦਾ ਰੂਪ ਕੋਈ ਵੀ ਹੋ ਸਕਦਾ ਹੈ, ਇਹਦਾ ਤੌਰ ਤਰੀਕਾ ਵੀ ਕੋਈ ਹੋ ਸਕਦਾ ਹੈ, ਇਹਦੇ 'ਚ ਕਿੰਨੇ ਇਕੱਠੇ ਹੁੰਦੇ ਨੇ ਜਥੇਬੰਦੀਆਂ, ਇਹ ਵੀ ਵੱਖ ਵੱਖ ਹੋ ਸਕਦੀਆਂ ਨੇ। ਪਰ ਇਹ ਲੜਾਈ ਨਾ ਤਾਂ ਮਿਟਣ ਵਾਲੀ ਹੈ, ਨਾ ਇਹ ਰੁਕਣ ਵਾਲੀ ਹੈ, ਤੇ ਨਾ ਇਹਦੇ ਰੁਕਣ ਨਾਲ ਸਰਨਾ। ਬਿਨਾਂ ਲੜਾਈ ਦੇ ਮਿਲਣਾ ਨਹੀਂ ਹੈ। ਇਹ ਸਾਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਹੈ। ਬਾਝ ਹੱਥਾਂ ਕਰਾਰਿਆਂ ਵੈਰੀ ਮਿੱਤ ਨਾ ਹੋਏ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹ ਕਮੇਟੀ ਐਵੇਂ ਅੱਖਾਂ ਪੁੰਝਣ ਦੀ ਗੱਲ ਹੈ, ਇਹਦਾ ਕੋਈ ਫਾਇਦਾ ਨਹੀਂ। ਤੇ ਕਿਸਾਨਾਂ ਨੇ ਠੀਕ ਹੀ ਫੈਸਲਾ ਕਰਿਆ ਵੀ ਅਸੀਂ ਨਹੀਂ ਪਾਰਟੀਸਪੇਟ ਕਰਾਂਗੇ, ਫੈਸਲਾ ਤਾਂ ਉਹਨਾਂ ਦਾ ਹੈ, ਪਰ ਮੈਨੂੰ ਜੱਚਿਆ ਵੀ ਠੀਕ ਕਰਿਆ ਉਹਨਾਂ ਨੇ ਵੀ ਦੇਖੋ ਜੀ ਅਸੀਂ ਨਹੀਂ ਪਾਰਟੀਸਪੇਟ ਕਰਦੇ ਤੁਹਾਡੀ ਕਮੇਟੀ 'ਚ। ਬਿਲਕੁਲ ਡਾਕਟਰ ਸਾਹਿਬ, ਜੇਕਰ ਆਪਾਂ ਇੱਕ ਅੱਗੇ ਦੀ ਗੱਲ ਕਰ ਲਈਏ, ਖੁਰਾਕ ਦੀ ਸਮੱਸਿਆ ਵੀ ਖੜੀ ਹੋ ਸਕਦੀ ਹੈ ਨਾ ਦੇਸ਼ ਦੇ ਵਿੱਚ, ਕਿਉਂਕਿ ਸਰਕਾਰ ਤਾਂ ਕਹੀ ਜਾਂਦੀ ਹੈ ਕਿ ਸਾਡੇ ਕੋਲ ਅੰਨ ਭੰਡਾਰ ਭਰੇ ਹੋਏ ਨੇ, ਪਰ ਜਿਹੜੀਆਂ ਰਿਪੋਰਟਾਂ ਨਿਕਲ ਕੇ ਆ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੁਰਾਕ ਸਮੱਸਿਆ ਵੱਡੀ ਹੈ ਦੇਸ਼ ਦੇ ਲੋਕਾਂ ਦੇ ਸਾਹਮਣੇ।
ਬਿਲਕੁਲ ਠੀਕ ਕਿਹਾ ਤੁਸੀਂ ਭੰਗੂ ਸਾਹਿਬ। ਆ ਪਿੱਛੇ ਦਾਣਾ ਮਾਜੂ ਹੋ ਗਿਆ ਸੀ, ਇਹਨਾਂ ਦੇ ਭੰਡਾਰ ਅੱਧੇ ਰਹਿ ਗਏ ਸੀ, ਉਦੋਂ ਐ ਚੀਕ ਨਿਕਲ ਗਈ ਸੀ। ਐਕਸਪੋਰਟ ਕਰਨ ਦੇ ਉੱਤੇ ਬੈਨ ਲਾਉਣਾ ਪਿਆ ਸੀ ਕਣਕ ਦੇ ਉੱਤੇ। ਫਿਰ ਉਹਨਾਂ ਨੇ ਰੌਲਾ ਪਾਇਆ ਵਪਾਰੀਆਂ ਨੇ ਵੀ ਜਿਹੜੇ ਪਹਿਲਾਂ ਸੌਦੇ ਹੋ ਗਏ ਤੁਹਾਡੇ ਬੈਨ ਡਾਊਨ ਤੋਂ, ਉਹ ਤਾਂ ਪੂਰੇ ਕਰੋ, ਤਾਂ ਸਾਡੀ ਕਮਿਟਮੈਂਟ ਆ, ਉਹਨਾਂ ਦਾ ਸਾਡਾ ਵਾਅਦਾ ਹੈ, ਉਹ ਅਸੀਂ ਕਿਵੇਂ ਉਹ ਕਰੀਏ। ਫਿਰ ਉਹਨਾਂ ਕੋ ਖੋਲਿਆ ਵੀ ਚਲੋ ਜਿਹੜੇ ਪਹਿਲਾਂ ਸੌਦੇ ਹੋਏ ਨੇ ਉਹ ਦੇ ਦਿਓ, ਹੋਰ ਨਹੀਂ ਦੇਣਾ। ਤੁਸੀਂ ਦੇਖੋ ਇੱਕ ਫਸਲ ਦੇ ਵਿੱਚ ਫਸਲ ਨਹੀਂ ਮਾਰੀ, ਫਸਲ ਸਿਰਫ ਗਰਮੀ ਪੈਣ ਕਰਕੇ ਝਾੜ ਘਟਿਆ ਸੀ, ਦਾਣਾ ਮਾਜੂ ਹੋ ਗਿਆ ਸੀ। ਜੇ ਇੱਕ ਫਸਲ ਨੇ ਇਹਨਾਂ ਦਾ ਰੰਗਿਆਟ ਘੜਾਤਾ ਮੁਲਕ ਦਾ, ਤੇ ਜੇ 2-3 ਲਗਾਤਾਰ ਹੋ ਗਈਆਂ ਫਿਰ ਕੀ ਕਰਨਗੇ। ਇਹ ਤਾਂ ਕਈ ਵਾਰੀ ਬੰਦੇ ਨੂੰ ਨਾ, ਜਿਵੇਂ ਕਹਿੰਦੇ ਨੇ ਵੀ ਜਦ ਬੰਦੇ ਦੀਆਂ ਅੱਖਾਂ ਹੁੰਦੀਆਂ ਨੇ ਨਾ, ਉਹਨੂੰ ਪਤਾ ਨਹੀਂ ਹੁੰਦਾ ਵੀ ਅੰਨਾ ਕਿਵੇਂ ਗੁਜ਼ਾਰਾ ਕਰਦਾ। ਇਹਨਾਂ ਦੇ ਕੋਲ ਅੰਨ ਹੈਗਾ, ਪੰਜਾਬ ਨੇ, ਹਰਿਆਣੇ ਨੇ, ਯੂਪੀ ਨੇ, ਵੈਸਟਰਨ ਯੂਪੀ ਨੇ, ਖਾਸ ਕਰਕੇ ਪੱਛਮੀ ਯੂਪੀ ਨੇ, ਇਹਨਾਂ ਨੇ ਅੰਨ ਪੈਦਾ ਕਰ ਕਰਕੇ ਦੇਸ਼ ਦੇ ਭੰਡਾਰ ਭਰਤੇ। ਇਹਨਾਂ ਦੀਆਂ ਅੱਖਾਂ ਫੁੱਲ ਗਈਆਂ ਵੀ ਲਾਇਆ ਇਹਦਾ ਕੀ ਹੈ, ਇਹ ਤਾਂ ਸਾਡੇ ਕੋਲ ਪਿਆ ਹੀ ਹੈ। ਇਹਨਾਂ ਨੇ ਪਤਾ ਨਹੀਂ ਵੀ ਇਹ ਤਾਂ ਸਾਲ 2 ਸਾਲ 'ਚ ਹੀ ਖਤਮ ਹੋ ਜਾਣਾ, ਫਿਰ ਦੇਖਿਓ ਠੂਠਾ ਫੜ ਕੇ ਫਿਰੋਗੇ, ਤੁਹਾਨੂੰ ਦੇਣਾ ਵੀ ਨਹੀਂ ਕਿਸੇ ਨੇ, ਹਾੜੇ ਕੱਢੋਗੇ ਦੇਣਾ ਵੀ ਨਹੀਂ। ਪਹਿਲਾਂ ਤਾਂ ਮਿਲਦਾ ਸੀ, ਫਿਰ ਤੁਹਾਨੂੰ ਹੋਰ ਸਾਡੇ ਲਾਉਣਗੇ ਹੁਣ। ਉਦੋਂ ਤਾਂ ਤੁਸੀਂ ਤੁਹਾਡੀ ਗੱਲ ਮੰਨਦੇ ਸੀ, ਕਿਉਂਕਿ ਇੱਕ ਪਾਸੇ ਸੋਵੀਅਤ ਯੂਨੀਅਨ ਬੈਠਾ ਸੀ ਵੀ ਯਾਰ ਨਹੀਂ ਉਹ ਦੇ ਦੂਗਾ। ਹੁਣ ਤਾਂ ਤੁਹਾਡੇ ਕੋਲ ਹੈ ਹੀ ਨਹੀਂ ਕੋਈ ਜਿਹਦੇ ਨਾਲ ਤੁਸੀਂ ਕਹੋਗੇ ਚੀਨ ਨਾਲ ਤੁਹਾਡੀ ਬਣਦੀ ਨਹੀਂ। ਸੋਵੀਅਤ ਯੂਨੀਅਨ ਕੋਲੇ ਵੀ ਆਪਦੇ ਕੋਲ ਇੰਨਾ ਸਭ ਕੁਝ ਹੈ ਨਹੀਂ ਵੀ ਤੁਹਾਨੂੰ ਉਹਨਾਂ, ਹੁਣ ਤਾਂ ਰੂਸ ਰਹਿ ਗਿਆ, ਉਹ ਸੋਵੀਅਤ ਯੂਨੀਅਨ ਤਾਂ ਰਿਹਾ ਹੀ ਨਹੀਂ। ਉਹ ਰੂਸ ਵੀ ਇੰਨਾ ਨਹੀਂ ਤੁਹਾਡਾ ਘਰ ਪੂਰਾ ਕਰ ਸਕਦਾ ਜੇ ਤੁਸੀਂ ਇੱਕ ਕਿਸਮ ਦਾ 2 ਮੁਕਾਬਲਾ ਵੀ ਕਰਾ ਦੋਗੇ ਅਮਰੀਕਾ ਤੇ ਰੂਸ ਦਾ ਆਪਸ ਵਿੱਚ। ਆ ਯੂਕਰੇਨ ਯੁੱਧ 'ਚ ਆਪਾਂ ਦੇਖ ਹੀ ਲਿਆ ਜੋ ਕੁਝ ਹੋ ਰਿਹਾ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਰੂਸ ਦੀ ਆਪਦੀ ਵੀ ਬਥੇਰੀ ਤਬਾਹੀ ਹੋਈ ਜਾ ਰਹੀ ਹੈ। ਸੋ ਮੈਨੂੰ ਐਂ ਲੱਗਦਾ ਹੈ ਵੀ ਇਹਨਾਂ ਨੇ ਆਪਣੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ, ਇਹ ਦੇਖ ਹੀ ਨਹੀਂ ਰਹੇ, ਆਪਦੇ ਪੈਰਾਂ ਤੋਂ ਅੱਗੇ ਨਹੀਂ ਨਜ਼ਰ ਆਉਂਦਾ ਇਹਨਾਂ ਨੂੰ। ਇਹ ਦ੍ਰਿਸ਼ਟੀ ਇਹਨਾਂ ਦੀ ਛੋਟੀ ਹੋ ਗਈ ਹੈ, ਮਾਇਓਪੀਆ ਕਹਿੰਦੇ ਅਸੀਂ ਉਹਨੂੰ, ਜਿਹਨੂੰ ਐ ਦੂਰੋਂ ਨਜ਼ਰ ਹੀ ਨਹੀਂ ਆਉਂਦਾ, ਬਸ ਸਿਰਫ ਆਪਦਾ ਨੇੜੇ ਹੀ ਦਿਖਦਾ। ਸੋ ਇਹ ਮਾਇਓਪਿਕ ਹੋ ਗਏ ਨੇ। ਇਹਨਾਂ ਨੂੰ ਦ੍ਰਿਸ਼ਟੀ ਇਹਨਾਂ ਦੀ ਜਿਹੜੀ ਹੈਗੀ ਹੈ ਦੂਰ ਦ੍ਰਿਸ਼ਟੀ ਇਹਨਾਂ ਨੇ ਖੋਤੀ, ਦੂਰ ਅੰਦੇਸ਼ੀ ਖੋਤੀ, ਕਿ 140 ਕਰੋੜ ਦੀ ਆਬਾਦੀ ਨੂੰ ਅੰਨ ਦੇਣਾ ਦੇਸ਼ ਨੇ, ਔਰ ਜੇ ਅੰਨ ਨਹੀਂ ਹੋਊਗਾ ਤਾਂ ਦੰਗੇ ਹੋਣੇ ਨੇ। ਔਰ ਫਿਰ ਜਦ ਅੱਗ ਲੱਗਦੀ ਹੈ ਉਦੋਂ ਹਰੇਕ ਚੀਜ਼ ਹੀ ਸੜ ਜਾਂਦੀ ਹੈ। ਤੇ ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਕਿਹਾ ਹੈ ਵੀ ਜਦ ਜੰਗਲ ਨੂੰ ਅੱਗ ਲੱਗਦੀ ਹੈ ਉਦੋਂ ਹਾਲ ਕੀ ਹੁੰਦਾ ਹੈ, ਦਾਵਾ ਨਾਲ ਹਰ ਤਿੰਨ ਜਾਲਿਓ ਕੋਈ ਹਰਿਆ ਬੂਟ ਰਹੇ ਹੋ ਰਹੀ, ਕੋਈ ਬਚਦਾ ਫਿਰ ਬਾਕੀ ਸਭ ਜਲ ਜਾਂਦੇ ਨੇ, ਤੇ ਇਹਨਾਂ ਨੇ ਵੀ ਜਲ ਜਾਣਾ ਫਿਰ। ਸੋ ਇਸ ਕਰਕੇ ਇਹਨਾਂ ਨੂੰ ਇਹ ਗੱਲ ਦੇ ਉੱਤੇ ਬਹੁਤ ਧਿਆਨ ਰੱਖਣਾ ਪਊਗਾ ਕਿ ਆਪਾਂ ਇਹੋ ਜਿਹੇ ਪੰਗੇ ਨਾ ਲਈਏ, ਇਹੋ ਜਿਹਾ ਖਰਾਬੀ ਨਾ ਕਰੀਏ ਉਹਨਾਂ ਦੇ ਹੱਥ 'ਤੇ ਚੜ੍ਹ ਕੇ ਦੂਜਿਆਂ ਦੇ, ਤੇ ਉੱਥੇ ਆਪਦਾ ਜਿਹੜਾ ਸਾਨੂੰ ਜਿਹੜੇ ਗੈਰ ਸਮਝੌਤੇ 'ਚ ਕੁਝ ਮਦਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਮਦਾਂ 'ਤੇ ਅਸੀਂ ਸਟੈਂਡ ਲੈ ਸਕਦੇ ਹਾਂ। ਉਹ ਮਦਾਂ ਉਹਨਾਂ 'ਚ ਇਹ ਵੀ ਨੇ ਕਿ ਅਸੀਂ ਆਪਦੇ ਲੋਕਾਂ ਨੂੰ ਭੋਜਨ ਦੇਣਾ, ਉਹ ਜਿਹੜਾ ਭੋਜਨ ਦੇਣ 'ਤੇ ਛੋਟ ਹੈਗੀ ਹੈ ਉਹਦੇ ਉੱਤੇ ਅਸੀਂ ਕਹੀਏ। ਦੂਜਾ ਅਸੀਂ ਉਹ ਸਬਸਿਡੀ ਕਹੀ ਜਾਂਦੇ, ਅਸੀਂ ਕਿ ਅਸੀਂ ਸਬਸਿਡੀ ਦੇ ਹੀ ਨਹੀਂ ਰਹੇ। ਅਸੀਂ ਤਾਂ ਉਹਨਾਂ ਦੀ ਕਣਕ ਆਪਦੇ ਲੋਕਾਂ ਨੂੰ ਦੇਣ ਵਾਸਤੇ ਇੰਨੀ ਮਹਿੰਗੀ ਖਰੀਦ ਰਹੇ ਹਾਂ, ਕਿਉਂਕਿ ਉਹ ਜਿੰਨੇ ਪੈਸੇ 'ਚ ਪ੍ਰੋਡਿਊਸ ਹੁੰਦੀ ਹੈ ਉਸ ਹਿਸਾਬ ਨਾਲ ਪੈਸੇ ਦੇ ਰਹੇ ਹਾਂ, ਉਹਦਾ ਮੁੱਲ ਤੈਅ ਕਰੋ ਤੁਸੀਂ। ਸਬਸਿਡੀ ਨਾ ਦਿਓ, ਤੁਹਾਨੂੰ ਕੌਣ ਕਹਿੰਦਾ ਸਬਸਿਡੀ ਦਿਓ। ਇਹ MSP ਜਿਹੜੀ WTO ਕਹਿੰਦੀ ਆ ਨਾ ਦਿਓ, ਇਹੀ ਹੈ ਵੀ ਸਸਤੀ ਰਹੇ, ਪ੍ਰੋਡਕਸ਼ਨ ਮਹਿੰਗੀ ਹੋਈ ਜਾਵੇ। ਜੇ ਤੁਸੀਂ ਪ੍ਰੋਡਕਸ਼ਨ ਦੇ ਹਿਸਾਬ ਨਾਲ ਜਿਹੜੇ ਬੰਦੇ ਲੱਗੇ ਨੇ ਕੰਮ 'ਚ ਉਹਨਾਂ ਦੀ ਦਿਹਾੜੀ ਸਾਰਾ ਕੁਝ ਲਾ ਕੇ, ਖੇਤ ਦਾ ਲਾ ਕੇ, ਸੰਦ ਸੰਦੇੜੇ ਦਾ ਕਸਾਈ ਲਾ ਕੇ ਜੇ ਤੁਸੀਂ ਕੈਲਕੂਲੇਟ ਕਰੋਗੇ ਤੇ ਉਹ ਉਸ ਰੇਟ ਤੇ ਖਰੀਦੋਗੇ। ਸਬਸਿਡੀ ਕਿੱਥੇ ਹੋਈ? ਉਹ ਤਾਂ ਰੇਟ ਹੈ ਨਾ, ਤੇ ਤੁਹਾਨੂੰ ਆਪਦੇ ਦੇਸ਼ ਵਾਸਤੇ ਚਾਹੀਦਾ। ਬਲਕਿ ਤੁਸੀਂ ਉਸ ਤੋਂ ਬਾਅਦ ਉਹ ਲੈ ਕੇ ਚੰਗੀ ਕੀਮਤ ਦੇਣ ਤੋਂ ਬਾਅਦ ਕਹਿ ਸਕਦੇ ਹੋ ਵੀ ਇੰਨੇ ਕੁ ਪੈਸੇ ਅਸੀਂ ਵਾਧੂ ਦੇ ਰਹੇ ਹਾਂ, ਕਿਉਂਕਿ ਇਹਨਾਂ ਨੂੰ ਬਾਹਰਲੇ ਮੁਲਕਾਂ 'ਚੋਂ ਵੱਧ ਮਿਲ ਸਕਦਾ, ਸਾਨੂੰ ਰੋਟੀ ਅਨਾਜ ਦੀ ਲੋੜ ਹੈ, ਇਸ ਕਰਕੇ ਇੰਨਾ ਕੁ ਪੈਸਾ ਅਸੀਂ ਇਹਨਾਂ ਨੂੰ ਹੋਰ ਦੇ ਰਹੇ ਹਾਂ। ਉਹ WTO ਦੇ ਵਿੱਚ ਕਿਤੇ ਗੈਟ ਸਮਝੌਤੇ ਦੇ ਵਿੱਚ, ਮੈਂ ਸਾਰਾ ਗੈਟ 480 ਪੇਜ ਦੀ ਰਿਪੋਰਟ ਸੀ, ਅਸੀਂ ਸਾਰਾ ਗੈਟ ਸਮਝੌਤਾ ਪੜ੍ਹਿਆ, ਉਹ 'ਚ ਕੋਈ ਇਹੋ ਜਿਹੀ ਨਹੀਂ। ਆ ਜਿਵੇਂ ਹੁਣ ਕਰੋਨਾ ਵੇਲੇ ਇਹਨਾਂ ਨੇ ਉਹ ਜਿਹੜੀਆਂ ਗੈਟ ਸਮਝੌਤੇ ਦੇ ਵਿੱਚ ਹੈਗੀਆਂ ਨੇ ਵੀ ਜਦ ਕੋਈ ਮਹਾਮਾਰੀ ਆ ਜੇ, ਜਦ ਕੋਈ ਆਫਤ ਆ ਜੇ, ਉਦੋਂ ਤੁਹਾਨੂੰ ਕੋਈ ਛੋਟਾਂ ਨੇ, ਇਹਨਾਂ ਨੇ ਛੋਟਾਂ ਨਹੀਂ ਐਕਸਰਸਾਈਜ਼ ਕਰੀਆਂ, ਨਹੀਂ ਵਰਤੀਆਂ। ਹੁਣ ਜੇ ਕਿਸੇ ਬੰਦੇ ਦੇ ਕੋਲੇ ਕਹਿੰਦੇ ਕੁੜੀ ਕੁੱਛੜ ਤੇ ਢੰਡੋਰਾ ਸ਼ਹਿਰ ਵਾਲੀ ਗੱਲ ਕਰਨੀ ਹੈ, ਜਾਂ ਜਿਹੜਾ ਹੁੰਦੇ ਸੁੰਦੇ ਮਕਰਾ ਬਣੇ, ਤੇ ਉਹਨਾਂ ਤਾਂ ਕੁਝ ਨਹੀਂ ਤੁਸੀਂ ਕਰ ਸਕਦੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਜੇ ਅਸੀਂ ਆਪੇ ਹੁੰਦੇ ਸੁੰਦੇ ਮਕਰੇ ਬਣਾਂਗੇ ਫਿਰ ਤਾਂ ਕੰਮ ਨਹੀਂ ਬਣਨਾ। ਤੇ ਜੇ ਅਸੀਂ ਇਹ ਕਰਾਂਗੇ ਕਿ ਸਾਡੇ ਕੋਲੇ ਭਾਈ ਆ ਗੈਟ ਸਮਝੌਤਾ ਅਸੀਂ ਕਰਿਆ ਹੋਇਆ, ਠੀਕ ਹੈ, ਦਸਤਖਤ ਹੋਏ ਨੇ, ਅਸੀਂ ਗੈਟ ਸਮਝੌਤੇ ਤੋਂ ਅਜੇ ਬਾਹਰ ਵੀ ਨਹੀਂ ਨਿਕਲ ਸਕਦੇ। ਇਹ ਐਵੇਂ ਹੱਥ ਨਹੀਂ ਹੋਊਗੀ ਜਿਹੜਾ ਕਹਿੰਦਾ ਵੀ ਛੱਡ ਦਿਓ ਦੁਨੀਆ ਦੀ WTO ਨੂੰ ਤੋੜ ਦੇ, ਆਪਾਂ ਇੰਨੇ ਤਕੜੇ ਨਹੀਂ ਹੈਗੇ ਆਪਾਂ, ਤੇ ਨਾ ਹੀ ਐਂ ਟੁੱਟਦੇ ਹੁੰਦੇ ਨੇ ਸਮਝੌਤੇ। ਸੋ ਉਹਦੇ ਵਿੱਚ ਇੱਕੋ ਹੀ ਆ ਵੀ ਜਿਹੜੇ ਉਹਦੇ 'ਚ ਸਾਡੇ ਵਾਸਤੇ ਕੁਝ ਇਹੋ ਜਿਹੇ
ਹੈਗੇ ਨੇ ਉਪਬੰਧ ਜਿਨ੍ਹਾਂ ਰਾਹੀਂ ਅਸੀਂ ਆਪਦੀ ਬਚਾ ਸਕਦੇ ਹਾਂ ਆਪਦੇ ਆਪ ਨੂੰ, ਔਰ ਡਟ ਕੇ ਬਚਾ ਸਕਦੇ ਹਾਂ, ਕੋਈ ਮੰਗ ਕੇ ਨਹੀਂ, ਬੇਨਤੀ ਕਰਕੇ ਨਹੀਂ, ਹੱਕ ਦੇ ਤੌਰ ਤੇ। ਉਹ ਹੱਕ ਦੇ ਤੌਰ ਤੇ ਗੱਲ ਕਰਨ ਉੱਥੇ ਕਿ ਦੇਖੋ ਜੀ ਆਹ ਹੈਗਾ, ਇਹਦੇ ਮੁਤਾਬਕ ਅਸੀਂ ਐਂ ਕਰ ਸਕਦੇ ਹਾਂ, ਆਹ ਅਸੀਂ ਕਰ ਰਹੇ ਹਾਂ। ਹੁਣ ਇੱਕ ਪਾਸੇ ਇਹ ਕਿਸਾਨ ਦੀ ਫਸਲ ਦੀ ਜਿਹੜੀ MSP ਕਿਉਂ ਕਿਹਾ ਜਾਵੇ, MSP ਦੀ ਬਜਾਏ ਉਹਨੂੰ ਕਿਹਾ ਜਾਵੇ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਨੇ। ਸਪੋਰਟ ਕਾਹਦਾ ਇਹ? ਉਹ ਕਹਿਣ ਜੀ ਉਹਦੀ ਲਾਗਤ ਮੁੱਲ ਦਿਆਂਗੇ। ਦੇਖੋ ਤੁਸੀਂ ਫਰਕ ਕਿੱਥੇ ਹੈ MSP ਦੇ ਉੱਤੇ, ਅਜੇ ਕਿਸਾਨ ਵੀ ਇਸ ਗੱਲ ਨੂੰ ਦੇਖ ਨਹੀਂ ਰਹੇ ਉਸ ਤਰੀਕੇ ਨਾਲ। ਜਿਵੇਂ ਅੰਨ ਦੀ ਲੋੜ ਹੈ, ਦਵਾਈਆਂ ਦੀ ਵੀ ਉਦਾਂ ਹੀ ਲੋੜ ਹੈ। ਜੇ ਆਪਾਂ ਦੋ ਚੀਜ਼ਾਂ ਨੂੰ ਮੁਕਾਬਲਾ ਕਰੀਏ, ਅੰਨ, ਦਵਾਈਆਂ ਤੇ ਪੀਣ ਦਾ ਪਾਣੀ, ਕੋਈ ਝਗੜਾ ਤਾਂ ਨਹੀਂ ਨਾ। ਜੇ ਪੀਣ ਦਾ ਪਾਣੀ ਨਾ ਹੋਵੇ ਤਾਂ ਬੰਦਾ ਮਰ ਜਾਂਦਾ। ਇੱਕ ਪਿਆਲੇ ਵਾਸਤੇ ਰਾਜ ਦੇਣ ਨੂੰ ਤਿਆਰ ਹੋ ਗਿਆ ਸੀ ਰਾਜਾ, ਸੁਣਿਆ ਹੀ ਹੋਣੀ ਹੈ ਤੁਸੀਂ ਕਹਾਣੀ। ਸੋ ਪੀਣ ਦੇ ਪਾਣੀ ਦੀ ਬੋਤਲ ਦੇ 70 ਰੁਪਏ ਦੀ ਜੇ ਵਿਕਦੀ ਹੈ ਤਾਂ ਕਿਸੇ ਤਰ੍ਹਾਂ ਦਾ ਮੁੱਲ ਤੈਅ ਹੁੰਦਾ ਨਾ। ਪਾਣੀ ਹੈ ਨਾ ਵੀ ਹਾਂ ਜੀ ਤੁਸੀਂ ਪਾਣੀ ਥੱਲੋਂ ਕੱਢਿਆ ਜੀ, ਤੁਸੀਂ ਉਹਨੂੰ ਐਂ ਸਾਫ਼ ਕਰਿਆ ਜੀ, ਤੁਸੀਂ ਉਹਨੂੰ ਐਂ ਬੋਤਲ 'ਚ ਪਾਇਆ ਜੀ, ਤੁਸੀਂ ਉਹਨੂੰ ਐਂ ਵੇਚਣ ਗਏ ਜੀ, ਤੁਹਾਡਾ ਆਹ ਖਰਚ ਹੋਏ, ਐਡਵਰਟਾਈਜ਼ਮੈਂਟ ਕਰੀ। ਇੱਦਾਂ ਹੀ ਤੁਸੀਂ ਦਵਾਈਆਂ ਦਾ ਕਰਦੇ ਹੋ ਵੀ ਤੁਹਾਡਾ ਕੱਚਾ ਮਾਲ ਇੰਨਾ। ਹੁਣ ਤਾਂ ਸਮਾਂ ਉਦੋਂ ਕੱਚੇ ਮਾਲ ਦੇ ਹਿਸਾਬ ਨਾਲ ਵੀ ਦਵਾਈਆਂ, ਪੱਕੇ ਮਾਲ ਦੇ ਹਿਸਾਬ ਨਾਲ ਵੀ ਖਰਚਾ। ਹੁਣ ਤਾਂ ਇਹ ਕਹਤਾ ਵੀ ਮਾਰਕੀਟ ਜਿਹੜਾ 6 ਬ੍ਰਾਂਡ ਸਭ ਤੋਂ ਵੱਧ ਵਿਕਦੇ ਹੋਣਗੇ, ਉਹਨਾਂ ਦਾ ਜਿਹੜਾ ਐਵਰੇਜ ਮੁੱਲ ਹੋਊਗਾ, ਔਸਤ ਮੁੱਲ, ਉਹਨਾਂ ਮੁੱਲ ਤੁਸੀਂ ਲੈ ਸਕਦੇ ਹੋ। ਉਹੀ ਮੁੱਲ ਜਮਾਂ ਹੀ ਲੁੱਟ ਕਰਾਤੀ ਦਵਾਈਆਂ 'ਚ ਤਾਂ। ਸੋ ਜੇ ਦਵਾਈਆਂ 'ਚ ਤਾਂ ਤੁਸੀਂ ਲੁੱਟ ਕਰਾਈ ਜਾਂਦੇ ਹੋ। ਪਹਿਲਾਂ ਤੁਹਾਡਾ ਫਾਰਮੂਲਾ ਸੀ ਵੀ ਜਿੰਨੀ ਲਾਗਤ ਆ ਉਹ, ਇੱਥੇ ਤੁਸੀਂ ਲਾਗਤ ਹੀ ਨਹੀਂ ਦੇ ਰਹੇ। ਇੱਥੇ ਕਹਿੰਦੇ ਉਸ ਮਿਨੀਮਮ ਪ੍ਰਾਈਸ ਦੇਣੀ ਹੈ, ਲਾਗਤ ਦੇਣੀ ਵੀ ਨਹੀਂ। ਉੱਥੇ ਕਹਿਤਾ ਵੀ ਜਿਹੜੀਆਂ ਜ਼ਰੂਰੀ ਦਵਾਈਆਂ ਨੇ, ਅਤੀ ਜ਼ਰੂਰੀ, ਉਹਨਾਂ 'ਚ ਵੀ 100% ਮੁਨਾਫਾ ਦੇਣਾ। ਜੇ ਤੁਹਾਡਾ ਲਾਗਤ 100 ਰੁਪਈਆ ਤਾਂ ਤੁਸੀਂ 200 ਦੀ ਵੇਚ ਸਕਦੇ ਹੋ ਸਿੱਧੀ ਹੋਈ। ਔਰ ਲਾਗਤ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਖਰਚੇ, ਵੇਚਣ ਦੇ ਖਰਚੇ, ਕੱਚਾ ਮਾਲ ਲੈਣ ਦੇ ਖਰਚੇ, ਮੈਨੇਜਰ ਰੱਖਣ ਦੇ ਖਰਚੇ, ਮਸ਼ੀਨਾਂ ਦੀ ਘਸਾਈ, ਹਰ ਚੀਜ਼ ਦੇ ਖਰਚੇ ਉਹਦੇ 'ਚ ਸ਼ਾਮਲ ਨੇ। ਜਿਹੜੀ ਦਵਾਈ ਜਾਇਆ ਚਲੀ ਜਾਂਦੀ ਆ ਉਹਦੇ ਖਰਚੇ। ਸੋ ਜੇ ਤੁਸੀਂ ਜਿਹੜੀਆਂ ਜ਼ਰੂਰੀ ਦਵਾਈਆਂ ਨੇ, ਜਾਨ ਬਚਾਉਣ ਵਾਲੀਆਂ ਦਵਾਈਆਂ ਨੇ, ਉਹਨਾਂ 'ਤੇ 100% ਮੁਨਾਫਾ ਦੇ ਰਹੇ ਹੋ, ਤਾਂ ਤੁਸੀਂ ਕਿਸਾਨ ਨੂੰ ਕਹਿੰਦੇ ਹੋ ਮਿਨੀਮਮ ਸਪੋਰਟ ਪ੍ਰਾਈਸ ਵੀ ਨਹੀਂ ਅਸੀਂ ਦੇਣੀ। ਔਰ ਮਿਨੀਮਮ ਸਪੋਰਟ ਪ੍ਰਾਈਸ ਤੈਅ ਕਰਨ 'ਚ ਵੀ ਤੁਸੀਂ ਫਾਰਮੂਲੇ 'ਚ ਹੀ ਰੌਲਾ ਪਾਈ ਜਾਂਦੇ ਹੋ। ਸੋ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਕਿਸਾਨ ਨੂੰ ਖਤਮ ਕਰਨਾ ਚਾਹੁੰਦੇ ਹੋ, ਤੁਸੀਂ ਇੰਡਸਟਰੀਜ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ। ਨਹੀਂ ਤਾਂ ਤੁਸੀਂ ਬਾਜ਼ਾਰ ਮੁੱਲ ਤੈਅ ਕਰਨਾ ਸ਼ੁਰੂ ਕਰ ਦਿਓ। ਵਿਆਹ ਹੋਊਗਾ ਇੱਦਾਂ ਦਿਆਂਗੇ ਅਸੀਂ, ਤਾਂ ਲਾਗਤ ਮੁੱਲ ਜਾਣੀ ਕਿ ਵਿਆਹ ਇਹਨਾਂ ਦੀ ਲਾਗਤ ਹੈ, ਇੱਦਾਂ ਇੱਦਾਂ ਹੁੰਦਾ, ਆਹ ਖਰਚੇ ਨੇ, ਸਾਡੇ ਦੇਸ਼ ਨੂੰ ਅੰਨ ਦੀ ਲੋੜ ਹੈ, ਸਾਡੇ 140 ਕਰੋੜ ਦੀ ਆਬਾਦੀ ਨੂੰ ਅਸੀਂ ਭੁੱਖੇ ਥੋੜ੍ਹਾ ਮਾਰਨਾ, ਇਸ ਕਰਕੇ ਅਸੀਂ ਇਹਨਾਂ ਨੂੰ। ਫਿਰ ਸਾਨੂੰ ਕਿਉਂਕਿ ਇੰਨਾ ਅੰਨ ਇਹ ਦੇਣ ਨੂੰ ਤਿਆਰ ਨਹੀਂ, ਇਹਨਾਂ ਦਾ ਬਾਹਰ ਮਹਿੰਗਾ ਵਿਕ ਸਕਦਾ ਜੇ ਕਹਿੰਦੇ ਨੇ ਓਪਨ ਮਾਰਕੀਟ ਦੀ ਗੱਲ ਕਰਦੇ ਨੇ, ਇਸ ਕਰਕੇ ਇੰਨੇ ਕੁ ਪੈਸੇ ਅਸੀਂ ਇਹਨਾਂ ਨੂੰ ਹੋਰ ਦੇਵਾਂਗੇ ਤਾਂ ਕਿ ਅੰਨ ਨੂੰ ਬਾਹਰ ਨਾ ਭੇਜੋ ਭਾਈ, ਉਰੀ ਵੇਚ ਦਿਓ। ਆਪਾਂ ਕਈ ਵਾਰ ਕਹਿੰਦੇ ਨਹੀਂ, ਆਪਦੇ ਪਿੰਡਾਂ 'ਚ ਨਹੀਂ ਕਹਿੰਦੇ, ਨਾਲ ਲੱਗਦਾ ਜ਼ਮੀਨ ਲੈਣ ਦਾ ਮਾਰਾ ਜਾਂ ਘਰ ਲੈਣ ਦਾ ਮਾਰਾ, ਉਹ ਕਹਿੰਦਾ ਯਾਰ ਮੇਰੇ ਤੋਂ 4 ਪੈਸੇ ਵੱਧ ਲੈ ਲੈ, ਤੂੰ ਕਿਸੇ ਹੋਰ ਨੂੰ ਨਾ ਦੇਵੀਂ। ਇਹ ਆਪਾਂ ਆਮ ਪਿੰਡਾਂ 'ਚ ਤਾਂ ਅਨਪੜ੍ਹ ਲੋਕ ਕਰਦੇ ਨੇ। ਸਾਡੀ ਸਰਕਾਰ ਤਾਂ ਪੜ੍ਹੀ ਲਿਖੀ ਹੈ, ਸਾਡੀ ਸਰਕਾਰ ਕੋਲ ਤਾਂ ਵੱਡੇ ਵੱਡੇ ਵਿਦਵਾਨ ਨੇ। ਆਮ ਲੋਕ ਕਰਦੇ ਨੇ, ਜਿਹਦੇ ਖੇਤ ਨਾਲ ਖੇਤ ਲੱਗਦਾ, ਜਿਹਦੇ ਘਰ ਨਾਲ ਘਰ ਲੱਗਦਾ, ਜਿਹਦੀ ਦੁਕਾਨ ਨਾਲ ਦੁਕਾਨ ਲੱਗਦੀ ਆ, ਉਹ ਮਹਿੰਗਾ ਲੈਣ ਨੂੰ ਤਿਆਰ ਹੋ ਜਾਂਦਾ। ਸੋ ਇਸ ਕਰਕੇ ਵੀ ਭਾਈ ਸਾਨੂੰ ਤਾਂ ਅੰਨ ਦੀ ਲੋੜ ਹੈ, ਸਾਡਾ ਕਿਸਾਨ ਪੈਦਾ ਕਰ ਰਿਹਾ, ਮਜ਼ਦੂਰ ਪੈਦਾ ਕਰ ਰਿਹਾ, ਇਸ ਕਰਕੇ ਅਸੀਂ ਥੋੜ੍ਹਾ ਜਿਹਾ ਮਹਿੰਗਾ ਖਰੀਦਾਂਗੇ। ਇਹ ਪੂਰਾ ਮੁੱਲ ਵੀ ਨਹੀਂ ਦੇ ਰਹੇ। ਉੱਤੋਂ ਉੱਥੇ ਉਹਨਾਂ ਤੋਂ ਸਦਾਵਤਾਂ ਸੁਣਦੇ ਨੇ ਵੀ ਤੁਸੀਂ ਤਾਂ ਜੀ ਸਬਸਿਡੀਆਂ ਦੇਈ ਜਾਂਦੇ ਹੋ। ਆ ਯੂਰੀਆ ਤੇ ਐਤਕੀ ਅੱਧੀ ਤਾਂ ਕਰ ਹੀ ਦਿੱਤੀ ਹੈ। ਸੋ ਉਹ ਯੂਰੀਆ ਤੇ ਘਟਾਤੀ, ਕੀਟਨਾਸ਼ਕਾਂ ਤੇ ਤੁਸੀਂ ਘਟਾਤੀ, ਤੇ ਤੁਸੀਂ ਕਿਸਾਨ ਮਜ਼ਦੂਰ ਨੂੰ ਤਾਂ ਮਾਰ ਹੀ ਰਹੇ ਹੋ। ਸੋ ਇਸ ਵਾਸਤੇ ਇਹ ਜੇ ਨਹੀਂ ਸੋਚਣਗੇ, ਜਦ ਰਾਜ ਆ, ਜਦ ਹੁਕਮਰਾਨ ਜਨਤਾ ਦੇ ਹਿੱਤ ਨੂੰ ਛੱਡ ਕੇ ਆਪਦੇ ਹਿੱਤ 'ਚ ਚੱਲਣ ਲੱਗ ਜੇ, ਜਦੋਂ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲਏ ਕਿ ਮੈਂ ਨਹੀਂ ਸੁਣਨਾ, ਜਦੋਂ ਆਪਣੇ ਕੰਨ ਬੰਦ ਕਰ ਲਏ ਕਿ ਮੈਂ ਜਨਤਾ ਦੀ ਆਵਾਜ਼ ਨਹੀਂ ਸੁਣਨੀ, ਜਦੋਂ ਆਪਣੇ ਮੂੰਹ ਦੇ ਉੱਤੇ ਪੱਟੀ ਬੰਨ੍ਹ ਲਏ ਕਿ ਮੈਂ ਜਨਤਾ ਦੀ ਆਵਾਜ਼ ਦਾ ਜਵਾਬ ਹੀ ਨਹੀਂ ਦੇਣਾ ਜੇ ਮੇਰੇ ਕੰਨਾਂ 'ਚ ਧੱਕੇ ਨਾਲ ਵੀ ਪੈ ਜੇ, ਤੇ ਫਿਰ ਉਦੋਂ ਫਿਰ ਜਨਤਾ ਉਹਨੂੰ ਜਗਾਉਂਦੀ ਹੈ। ਜਨਤਾ ਨੂੰ ਇਕੱਠੇ ਹੋਣਾ ਪੈਂਦਾ, ਹੋਰ ਕੋਈ ਤਰੀਕਾ ਨਹੀਂ ਰਿਹਾ। ਇਹ ਤਾਂ ਭਗਤ ਪੁਰਾਣ 'ਚ ਵੀ ਲਿਖਿਆ, ਕ੍ਰਿਸ਼ਨ ਜੀ ਨੇ ਕੰਸ ਨੂੰ ਦਾ ਵੱਧ ਕਰਿਆ। ਕੰਸ ਦਾ ਵੱਧ ਕਰਿਆ ਹੀ ਇਸ ਵਾਸਤੇ ਸੀ ਕਿ ਪਾਪ, ਚੋਰੀਆਂ, ਠੱਗੀਆਂ, ਉਧਾਰੇ, ਡਾਕੇ ਉਹ ਬਹੁਤ ਜ਼ਿਆਦਾ ਵੱਧ ਗਏ ਸੀ। ਹੁਣ ਆਪਾਂ ਦੇਖਿਆ ਹੀ ਹੈ ਕਿਹੋ ਜਿਹਾ ਹਾਲ ਹੋ ਗਿਆ। ਹਰਿਆਣੇ ਦੇ ਵਿੱਚ ਇੱਕ DSP ਜਿਹੜਾ ਮਾਈਨਿੰਗ ਮਾਫੀਆ ਨੂੰ ਫੜਨ ਗਿਆ, ਉਹਨੂੰ ਉੱਥੇ ਉਹਦੇ 'ਚ ਚੜਾਤਾ, ਉਹ ਆਪਣਾ ਟਰੇਡਰ, ਉਹ ਚੜਾ ਕੇ ਮੈਂ ਪੂਰਾ ਆਪਦਾ ਆਰਾਮ ਨਾਲ ਤੁਰ ਗਏ। ਉਹ ਹੁਣ ਕਹਿੰਦੇ ਅਸੀਂ ਲੱਭ ਰਹੇ ਹਾਂ ਜੀ, ਅਸੀਂ ਫੜ ਰਹੇ ਹਾਂ। ਉਹ ਕੋਈ ਪੁਲਿਸ ਦਾ ਕਿਉਂ ਜਾਊਗਾ ਵੀ ਜੇ ਇਹੋ ਜਿਹੇ ਬਦਮਾਸ਼ ਤੁਹਾਡੇ, ਉਹਨਾਂ ਨੂੰ ਸੰਰਕਸ਼ਣ ਹੈ। ਇਹ ਵੀ ਤੁਸੀਂ ਦੇਖ ਲਿਓ, ਉਹਨਾਂ ਸਾਰਿਆਂ ਨੂੰ ਸੰਰਕਸ਼ਣ ਹੋਏਗਾ ਕਿਤੋਂ ਨਾ ਕਿਤੋਂ। ਸੋ ਇਸ ਕਰਕੇ ਜਦ ਤੁਸੀਂ ਦੇਸ਼ ਦੇ ਵਿੱਚ ਮਾਫੀਆ ਰਾਜ ਨੂੰ ਪ੍ਰਸਥਾਨ ਕਰਦੇ ਹੋ, ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਹੋ, ਤੇ ਲੋਕਾਂ ਦੇ ਅਨਾਜ ਨੂੰ ਖੋਹਣੇ ਹੋ, ਮਿਹਨਤਕਸ਼ ਦੇ ਪੈਸੇ ਦੇ ਨਹੀਂ ਰਹੇ,
ਤੁਸੀਂ ਸਰਮਾਏਦਾਰ ਕਾਰਪੋਰੇਟ ਦਾ ਘਰ ਭਰਦੇ ਹੋ ਤੇ ਗਰੀਬ ਨੂੰ ਲੁੱਟ ਕਰਦੇ ਹੋ, ਫਿਰ ਉੱਥੇ ਬੇਚੈਨੀ ਪੈਦਾ ਹੁੰਦੀ ਹੋਈ ਹੈ। ਇਹਨੂੰ ਕੋਈ ਰੋਕ ਨਹੀਂ ਸਕਦਾ, ਉਹ ਥੋੜ੍ਹੀ ਹੋਵੇ ਬਹੁਤੀ ਹੋਵੇ, ਉਹ ਅੱਜ ਹੋਵੇ ਉਹ ਕੱਲ੍ਹ ਹੋਵੇ, ਉਹ ਹੋਣੀ ਹੈ। ਤੇ ਜਦ ਕਹਿੰਦੇ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚਲਿਆ, ਹਉ ਪਹਾੜ ਵਿਖੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਉਹਦੇ ਵਿੱਚ ਕੁਛ ਲੋਕ ਐਸੇ ਹੁੰਦੇ ਨੇ ਤੁਹਾਡੇ ਵਰਗੇ, ਹੋਰ ਜਿਵੇਂ ਤੁਸੀਂ ਮੀਡੀਆ 'ਚ ਕਰਦੇ ਹੋ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤਾਂ ਲੋਕਾਂ ਦੀ ਗੱਲ ਕਰਾਂਗੇ, ਮੈਂ ਤੁਹਾਡੇ ਐਵੇਂ ਤੁਹਾਡੀ ਤਾਰੀਫ ਨਹੀਂ ਕਰ ਰਿਹਾ, ਮੈਂ ਦੇਖਦਾ ਵੀ ਤੁਹਾਡਾ ਚੈਨਲ ਆ ਜਿਹੜਾ ਨਾ ਤਾਂ ਸਰਕਾਰ ਨੂੰ ਬਿਨਾਂ ਮਤਲਬ ਦੇ ਕ੍ਰਿਟੀਸਾਈਜ਼ ਕਰੇ ਤੇ ਨਾ ਉਹਨੂੰ ਬਖਸ਼ੇ ਜਿੱਥੇ ਗਲਤ ਹੈ। ਇਹੋ ਜਿਹਾ ਜਿਹੜਾ ਬੈਲੈਂਸ ਹੈ, ਇਹਦੇ ਬਾਰੇ ਬਾਬਾ ਫਰੀਦ ਨੇ ਕਿਹਾ ਹੈ, ਫਰੀਦਾ ਰੋਟੀ ਮੇਰੀ ਕਾਠ ਕੀ, ਡਾਵਰ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਨੇ ਸਹਿਣਗੇ ਦੁੱਖ, ਫਰੀਦਾ ਰੁੱਖੀ ਮਿੱਸੀ ਖਾਏ ਕੇ, ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਈ ਜੀ। ਸੋ ਤੁਸੀਂ ਨਹੀਂ ਜੀ ਤਰਸਾ ਰਹੇ, ਤੁਸੀਂ ਆ ਜਿਵੇਂ ਵੱਡੇ ਚੰਦ ਵੀ ਸਾਡੀ ਕਮਿਊਨਿਟੀ ਆਰਪੀ ਫਲਾਣਾ, ਤੁਸੀਂ ਕੰਟੈਂਟ ਦੇ ਉੱਤੇ ਧਿਆਨ ਰੱਖ ਰਹੇ ਹੋ। ਇੱਦਾਂ ਦੇ ਲੋਕ ਬਹੁਤ ਹੈਗੇ ਨੇ, ਬਹੁਤ ਸਾਰੇ ਬੋਲਣ ਵਾਲੇ ਵੀ ਇੱਦਾਂ ਦੇ ਹੈਗੇ ਨੇ ਜਿਹੜੇ ਕਹਿੰਦੇ ਕੋਈ ਨਹੀਂ ਦੇਖੀ ਜਾਓ ਯਾਰ, ਜਿਹੜਾ ਮਾਰ ਦੇਣਗੇ ਤਾਂ ਮਾਰ ਦੇਣ ਦਿਓ। ਸੋ ਉਹੀ ਲੋਕ ਜਿਹੜੇ ਹੁੰਦੇ ਨੇ ਉਹ ਜਨਤਾ ਦੇ ਨਾਲ ਖੜੇ ਹੁੰਦੇ ਨੇ। ਬਾਬਾ ਫਰੀਦ ਨੇ ਕੋਈ ਐ ਨਹੀਂ ਵੀ ਲੱਕੜ ਦੀ ਰੋਟੀ ਲਈ ਹੋਈ ਸੀ। ਬਾਬਾ ਫਰੀਦ ਇਹੀ ਕਹਿੰਦਾ ਸੀ ਵੀ ਜੇ ਤੁਸੀਂ ਆਮ ਲੋਕਾਂ ਨਾਲ ਰਹਿਣਾ ਫਿਰ ਤੁਹਾਨੂੰ ਭਾਈ ਸੁੱਕੀਆਂ ਰੋਟੀਆਂ ਮਿਲਣੀਆਂ ਨੇ, ਰੁੱਖੀ ਮਿੱਸੀ ਮਿਲਣੀਆਂ, ਉਹਨਾਂ ਕੋਲੇ ਪੂੜੇ ਕਿੱਥੋਂ ਮਿਲਣੇ ਨੇ। ਜੇ ਤੁਸੀਂ ਉਹ ਚੋਪੜੀਆਂ ਖਾਣੀਆਂ ਨੇ ਰਾਜਿਆਂ ਦੀਆਂ ਜਾ ਕੇ, ਹੁਕਮਰਾਨਾਂ ਦੀਆਂ ਜਾ ਕੇ, ਫਿਰ ਉਹ ਖਾਈ ਜਾਓ, ਪਰ ਆਖਰਕਾਰ ਤੁਹਾਡਾ ਹਾਲ ਬੁਰਾ ਹੋਣਾ। ਜਿੰਨਾ ਖਾਧੀ ਚੋਪੜੀ ਘਨੇ ਸਹਿਣਗੇ ਦੁੱਖ। ਸੋ ਇਸ ਕਰਕੇ ਅੱਜ ਮੈਨੂੰ ਇਹ ਲੱਗਦਾ ਵੀ MSP ਦੀ ਕਮੇਟੀ ਦੇ ਕਿਸਾਨਾਂ ਦਾ ਸਟੈਂਡ ਠੀਕ ਹੈ। ਦੇਸ਼ ਨੂੰ, ਹੁਕਮਰਾਨਾਂ ਨੂੰ, ਸੂਬਿਆਂ ਦੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ, ਦਬਾਅ ਬਣਾਉਣਾ ਚਾਹੀਦਾ ਸਰਕਾਰ ਦੇ ਉੱਤੇ ਕਿ ਤੁਸੀਂ ਘੱਟੋ ਘੱਟ ਸਾਡੀ ਅੰਨ ਦੀ ਜਿਹੜੀ ਸੁਰੱਖਿਆ ਹੈ, ਖਾਦ ਸੁਰੱਖਿਆ, ਫੂਡ ਸਿਕਿਉਰਿਟੀ ਐਕਟ ਬਣਿਆ, ਉਹਦੇ ਵਿੱਚ ਕਿਤੇ ਤੁਸੀਂ ਮਗੋਰੇ ਨਾ ਕਰ ਬੈਠੇ ਹੋ ਕਿ 1 ਲੱਖ ਹੀ ਤੁਹਾਡਾ ਘੜੋ ਕਮਾਂਜਾ ਚੱਕਿਆ ਜਾਵੇ। ਸੋ ਥੋੜ੍ਹੇ ਜਿਹੇ ਸਿਆਣਪ ਨਾਲ ਚੱਲੋ। ਜੀ ਬਿਲਕੁਲ ਸਰ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਜੁੜੇ ਹੋਏ ਸੂਬੇ ਵਿਦਵਾਨ ਡਾਕਟਰ ਗਾਰਗ ਸਾਹਿਬ, ਤੁਸੀਂ ਬਣੇ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ।